ਚਾਰੇ ਪਾਸੇ ਘੁੱਪ ਹਨੇਰਾ ਛਾਇਆ ਹੋਇਆ ਸੀ। ਰਵਿੰਦਰ ਸਿੰਘ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਉਹ ਕਰੇ ਤਾਂ ਕੀ ਕਰੇ। ਅਜਿਹਾ ਲੱਗ ਰਿਹਾ ਸੀ ਜਿਵੇਂ ਪਰਮਾਤਮਾ ਹੀ ਉਸਦੇ ਵਿਰੁੱਧ ਖੜਾ ਹੋ ਗਿਆ ਹੋਵੇ। ਹਸਪਤਾਲ ਦੇ ਵਾਰਡ ਵਿੱਚ ਉਸਦੀ ਪਤਨੀ ਦੀ ਲਾਸ਼ ਪਈ ਹੋਈ ਸੀ ਤੇ ਉਸਦੇ ਸਾਹਮਣੇ ਸਫੇਦ ਕੱਪੜਿਆਂ ਬਿਨਾਂ ਹਾਰ ਸ਼ਿੰਗਾਰ ਉਸਦੀ ਵਿਧਵਾ ਧੀ ਖੜੀ ਸੀ। ਮਿੰਟਾਂ ਵਿੱਚ ਹੀ ਉਹਨਾਂ ਦੀ ਦੁਨੀਆ ਉਜੜ ਗਈ ਸੀ। ਕਿੰਨੇ ਚਾਵਾਂ ਨਾਲ ਉਹਨਾਂ ਨੇ ਧੀ ਦਾ ਵਿਆਹ ਕੀਤਾ ਸੀ, ਪਰ ਕੀ ਪਤਾ ਸੀ ਕਿ ਉਹ ਧੀ ਦਾ ਵਿਆਹ ਨਹੀਂ ਬਲਕਿ ਉਸਦਾ ਜੀਵਨ ਬਰਬਾਦ ਕਰਨ ਜਾ ਰਹੇ ਹਨ। ਸਭ ਕੁਝ ਉਹਨਾਂ ਦੀਆਂ ਅੱਖਾਂ ਸਾਹਮਣੇ ਇਸ ਤਰ੍ਹਾਂ ਵਾਪਰਿਆ ਜਿਵੇਂ ਕੋਈ ਫਿਲਮ ਚੱਲ ਰਹੀ ਹੋਵੇ। ਪਹਿਲਾਂ ਕਈ ਵਰ੍ਹਿਆਂ ਤੱਕ ਤਾਂ ਉਹਨਾਂ ਦੇ ਕੋਈ ਔਲਾਦ ਨਹੀਂ ਸੀ। ਪਤਾ ਨਹੀਂ ਕਿੰਨੀਆਂ ਮੰਨਤਾਂ ਮਨੌਤੀਆਂ ਦੇ ਬਾਅਦ ਪਰਮਾਤਮਾ ਨੇ ਕਿਰਪਾ ਕੀਤੀ ਤੇ ਉਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ। ਧੀ ਇੰਨੀ ਸੁੰਦਰ ਸੀ ਜਿਵੇਂ ਕੋਈ ਪਰੀ ਹੋਵੇ। ਉਸਦੇ ਜਨਮ ਤੋਂ ਬਾਅਦ ਉਹਨਾਂ ਦੇ ਕੰਮ ਵਿੱਚ ਇੰਨਾ ਵਾਧਾ ਹੋਇਆ ਕਿ ਚਾਰੇ ਪਾਸੇ ਅੰਨ ਧਨ ਦੇ ਭੰਡਾਰ ਹੋ ਗਏ। ਰੱਬ ਦੀ ਮਿਹਰ ਮੰਨ ਕੇ ਉਹਨਾਂ ਨੇ ਆਪਣੀ ਧੀ ਦਾ ਨਾਮ ਵੀ ਗੁਰਮੇਹਰ ਰੱਖਿਆ। ਦੋਵੇਂ ਪਤੀ ਪਤਨੀ ਨੇ ਆਪਣੀ ਧੀ ਨੂੰ ਫੁੱਲਾਂ ਵਾਂਗ ਪਾਲਿਆ, ਉਹਨੂੰ ਹਰ ਖੁਸ਼ੀ ਦਿੱਤੀ। ਵਿਆਹ ਦੇ ਯੋਗ ਹੋਣ ਤੇ ਇੱਕ ਚੰਗੇ ਘਰਾਣੇ ਦੇ ਸੋਹਣੇ ਸੁਨੱਖੇ ਤੇ ਸਾਊ ਮੁੰਡੇ ਨਾਲ ਉਸਦਾ ਵਿਆਹ ਕੀਤਾ। ਉਹ ਇਸ ਸ਼ਹਿਰ ਦਾ ਸਭ ਤੋਂ ਉੱਚਾ ਖਾਨਦਾਨ ਸੀ, ਬਹੁਤ ਹੀ ਅਮੀਰ ਪਰਿਵਾਰ ਸੀ। ਉਹਨਾਂ ਨੇ ਆਪ ਆ ਕੇ ਗੁਰਮੇਹਰ ਦਾ ਰਿਸ਼ਤਾ ਮੰਗਿਆ। ਇੱਕ ਵਾਰ ਤਾਂ ਮਾਂ-ਬਾਪ ਦੇ ਮਨ ਵਿੱਚ ਸ਼ੱਕ ਜਿਹਾ ਹੋਇਆ ਕਿ ਇੰਨੇ ਵੱਡੇ ਲੋਕ ਆਪ ਆ ਕੇ ਉਹਨਾਂ ਦੀ ਧੀ ਦਾ ਰਿਸ਼ਤਾ ਮੰਗ ਰਹੇ ਹਨ, ਪਰ ਉਹਨਾਂ ਨੇ ਰਵਿੰਦਰ ਸਿੰਘ ਨੂੰ ਕਿਹਾ ਕਿ ਅਸੀਂ ਰਿਸ਼ਤੇਦਾਰੀ ਵਿੱਚ ਤੁਹਾਡੀ ਬੇਟੀ ਦੀ ਬਹੁਤ ਤਾਰੀਫ ਸੁਣੀ ਹੈ ਅਤੇ ਅਸੀਂ ਆਪਣੇ ਇਕਲੌਤੇ ਬੇਟੇ ਲਈ ਉਸ ਦਾ ਰਿਸ਼ਤਾ ਮੰਗਣ ਆਏ ਹਾਂ। ਸਾਨੂੰ ਇਹੋ ਜਿਹੀ ਧੀ ਸੰਸਕਾਰੀ ਕੁੜੀ ਹੀ ਚਾਹੀਦੀ ਸੀ। ਫਿਰ ਉਹਨਾਂ ਦਾ ਦਿਲ ਬੱਝ ਗਿਆ, ਰਿਸ਼ਤੇ ਲਈ ਹਾਂ ਕਰ ਦਿੱਤੀ ਅਤੇ ਆਪਣੀ ਧੀ ਨੂੰ ਵਿਦਾ ਕਰ ਦਿੱਤਾ। ਰਵਿੰਦਰ ਸਿੰਘ ਤੇ ਉਸਦੀ ਪਤਨੀ ਦੋਨਾਂ ਨੇ ਰੱਬ ਦਾ ਲੱਖ ਲੱਖ ਸ਼ੁਕਰਾਨਾ ਕੀਤਾ ਕਿ ਉਹਨਾਂ ਦੀ ਧੀ ਇੰਨੇ ਚੰਗੇ ਘਰੇ ਵਿਆਹੀ ਗਈ ਹੈ। ਗੁਰਮੇਹਰ ਦੇ ਸਹੁਰੇ ਘਰ ਵਿੱਚ ਪੂਰੇ ਰੀਤੀ ਰਿਵਾਜਾਂ ਨਾਲ ਸਵਾਗਤ ਹੋਇਆ। ਸੁਹਾਗ ਦੀ ਸੇਜ ਤੇ ਦੁਲਹਨ ਬਣੀ ਉਹ ਆਪਣੇ ਪਤੀ ਰੂਪ ਦਾ ਇੰਤਜ਼ਾਰ ਕਰ ਰਹੀ ਸੀ। ਥੋੜੀ ਦੇਰ ਬਾਅਦ ਰੂਪ ਆਇਆ, ਪਰ ਉਸਦੇ ਚਿਹਰੇ ਤੇ ਇੱਕ ਅਜੀਬ ਜਿਹੀ ਉਦਾਸੀ ਤੇ ਬੇਚੈਨੀ ਸੀ। ਇਸ ਤੋਂ ਪਹਿਲਾਂ ਕਿ ਗੁਰਮੇਹਰ ਉਸ ਤੋਂ ਕੁਝ ਪੁੱਛਦੀ, ਉਸਨੇ ਖੁਦ ਹੀ ਕਿਹਾ ਕਿ ਸ਼ਾਇਦ ਮੈਂ ਇਸ ਦੁਨੀਆ ਦਾ ਪਹਿਲਾ ਪਤੀ ਹੋਵਾਂਗਾ ਜਿਸ ਨੇ ਆਪਣੀ ਪਤਨੀ ਨੂੰ ਸੁਹਾਗ ਰਾਤ ਤੇ ਅਜਿਹਾ ਗਿਫਟ ਦਿੱਤਾ ਹੋਵੇ। ਗੁਰਮੇਹਰ ਥੋੜੀ ਉਲਝਣ ਵਿੱਚ ਸੀ ਕਿ ਆਖਿਰ ਉਹ ਕੀ ਕਹਿ ਰਿਹਾ ਹੈ। ਉਸਨੇ ਰੂਪ ਵੱਲ ਸਵਾਲੀਆ ਨਜ਼ਰਾਂ ਵੱਲ ਦੇਖਿਆ। ਰੂਪ ਨੇ ਵੀ ਉਸ ਦੀਆਂ ਅੱਖਾਂ ਵਿਚਲੇ ਪ੍ਰਸ਼ਨ ਨੂੰ ਪੜ੍ਹ ਲਿਆ ਸੀ। ਉਸਨੇ ਕਿਹਾ, ਦੇਖ ਮੇਹਰ, ਮੈਂ ਤੈਨੂੰ ਧੋਖੇ ਵਿੱਚ ਨਹੀਂ ਰੱਖਣਾ ਚਾਹੁੰਦਾ। ਮਾਤਾ ਪਿਤਾ ਨੇ ਤੁਹਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਮੈਨੂੰ ਫੇਫੜਿਆਂ ਦਾ ਕੈਂਸਰ ਹੈ ਤੇ ਉਹ ਵੀ ਚੌਥੀ ਸਟੇਜ ਤੇ। ਪਹਿਲਾਂ ਇਸ ਬਿਮਾਰੀ ਦਾ ਪਤਾ ਨਹੀਂ ਲੱਗਾ, ਜਦੋਂ ਤੱਕ ਪਤਾ ਲੱਗਾ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਮੈਂ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਹਾਂ, ਇਸ ਲਈ ਉਹਨਾਂ ਨੂੰ ਆਪਣਾ ਵਾਰਿਸ ਚਾਹੀਦਾ ਹੈ। ਮੇਰੇ ਮਾਂ-ਬਾਪ ਨੇ ਇਹ ਸਭ ਤਾਂ ਕੀਤਾ। ਉਹਨਾਂ ਨੂੰ ਲੱਗਦਾ ਸੀ ਕਿ 2-4 ਮਹੀਨਿਆਂ ਵਿੱਚ ਜੇਕਰ ਤੂੰ ਗਰਭਵਤੀ ਹੋ ਜਾਵੇਂ ਤਾਂ ਉਸ ਬੱਚੇ ਨਾਲ ਵੰਸ਼ ਚੱਲਦਾ ਰਹੇਗਾ। ਇੰਨਾ ਕਹਿੰਦਾ ਹੋਇਆ ਰੂਪ ਉਸ ਦੇ ਸਾਹਮਣੇ ਰੋ ਪਿਆ। ਗੁਰਮੇਹਰ ਹੈਰਾਨ ਰਹਿ ਗਈ ਕਿ ਸੱਚਮੁੱਚ ਹੀ ਪਹਿਲੀ ਰਾਤ ਹੀ ਕਿਸੇ ਪਤੀ ਨੇ ਆਪਣੇ ਪਤਨੀ ਨੂੰ ਆਪਣੀ ਮੌਤ ਬਾਰੇ ਨਹੀਂ ਦੱਸਿਆ ਹੋਵੇਗਾ। ਪਰੰਤੂ ਹੁਣ ਹੋ ਕੀ ਸਕਦਾ ਸੀ? ਵਿਆਹ ਤਾਂ ਹੋ ਚੁੱਕਿਆ ਸੀ, ਪਰ ਇਹ ਵੀ ਹੋ ਸਕਦਾ ਸੀ ਕਿ ਰੂਪ ਹੀ ਠੀਕ ਹੋ ਜਾਵੇ। ਗੁਰਮੇਹਰ ਇਹ ਸੋਚਦੀ ਹੋਈ ਮੂਕ ਬਣੀ ਬੈਠੀ ਰਹੀ। 2-3 ਦਿਨਾਂ ਬਾਅਦ ਗੁਰਮੇਹਰ ਦੇ ਪਿਤਾ ਰਵਿੰਦਰ ਉਸ ਨੂੰ ਆ ਕੇ ਲੈ ਗਏ ਅਤੇ ਮਿਲਣੀ ਦੀ ਰਸਮ ਵੀ ਕਰ ਲਈ। ਗੁਰਮੇਹਰ ਉਹਨਾਂ ਨਾਲ ਚਲੀ ਗਈ, ਪਰ ਉਹ ਅਗਲੇ ਦਿਨ ਹੀ ਵਾਪਸ ਆ ਗਈ। ਉਹ ਨਹੀਂ ਸੀ ਚਾਹੁੰਦੀ ਕਿ ਉਸਦੇ ਮਾਂ-ਬਾਪ ਨੂੰ ਰੂਪ ਦੀ ਸੱਚਾਈ ਦਾ ਪਤਾ ਲੱਗੇ, ਪਰ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਰੂਪ ਦੀ ਸਿਹਤ ਖਰਾਬ ਹੋ ਗਈ ਤੇ ਵਿਆਹ ਤੋਂ 4 ਮਹੀਨੇ ਬਾਅਦ ਉਹ ਇਸ ਦੁਨੀਆ ਤੋਂ ਚਲਾ ਗਿਆ। ਗੁਰਮੇਹਰ ਮਾਂ ਤਾਂ ਨਹੀਂ ਬਣ ਸਕੀ, ਪਰ ਰੂਪ ਦੀ ਵਿਧਵਾ ਜ਼ਰੂਰ ਬਣ ਗਈ। ਗੁਰਮੇਹਰ ਦੇ ਸਹੁਰੇ ਨਹੀਂ ਚਾਹੁੰਦੇ ਸਨ ਕਿ ਰੂਪ ਦੀ ਮੌਤ ਤੋਂ ਬਾਅਦ ਗੁਰਮੇਹਰ ਉਸਦੀ ਸਾਰੀ ਪ੍ਰਾਪਰਟੀ ਦੀ ਹੱਕਦਾਰ ਬਣੇ। ਉਹਨਾਂ ਨੇ ਤਾਂ ਸੋਚਿਆ ਸੀ ਕਿ ਜੇਕਰ ਮੇਹਰ ਮਾਂ ਬਣ ਜਾਂਦੀ ਹੈ ਤਾਂ ਉਹ ਉਸ ਬੱਚੇ ਨੂੰ ਮਾਲਕ ਬਣਾ ਦੇਣਗੇ। ਇੱਕ ਪਰਾਈ ਕੁੜੀ ਨੂੰ ਉਹ ਆਪਣੀ ਜਾਇਦਾਦ ਦਾ ਮਾਲਕ ਨਹੀਂ ਬਣਾਉਣਾ ਚਾਹੁੰਦੇ ਸੀ। ਇਸ ਲਈ ਉਹਨਾਂ ਨੇ ਮੇਹਰ ਨੂੰ ਮਨਹੂਸ ਦਾ ਠੱਪਾ ਲਾ ਕੇ ਘਰੋਂ ਕੱਢ ਦਿੱਤਾ ਤੇ ਸਾਰੀ ਪ੍ਰਾਪਰਟੀ ਆਪਣੀ ਧੀ ਅਤੇ ਦੋਹਤੇ ਦੋਤੀ ਦੇ ਨਾਮ ਕਰ ਦਿੱਤੀ, ਤਾਂ ਕਿ ਬਾਅਦ ਵਿੱਚ ਕਾਨੂੰਨੀ ਤਰੀਕੇ ਨਾਲ ਵੀ ਮੇਹਰ ਆਪਣੇ ਪਰਿਵਾਰ ਵਾਲਿਆਂ ਤੋਂ ਜਾਇਦਾਦ ਨਾ ਲੈ ਸਕੇ। ਰਵਿੰਦਰ ਤੇ ਉਸ ਦੀ ਪਤਨੀ ਨੂੰ ਸਾਰੀ ਸੱਚਾਈ ਦਾ ਪਤਾ ਲੱਗਾ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ। ਆਪਣੇ ਜਵਾਈ ਦੀ ਮੌਤ ਦੀ ਖਬਰ ਸੁਣ ਕੇ ਮੇਹਰ ਦੀ ਮਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਹ ICU ਵਿੱਚ ਆਪਣੇ ਜੀਵਨ ਦੀ ਜੰਗ ਲੜ ਰਹੀ ਸੀ, ਪਰ ਲੱਖਾਂ ਕੋਸ਼ਿਸ਼ਾਂ ਦੇ ਬਾਅਦ ਵੀ ਉਹ ਹਾਰ ਗਈ। ਰਵਿੰਦਰ ਹਸਪਤਾਲ ਵਿੱਚ ਖੜਾ ਕਿਤੇ ਆਪਣੀ ਧੀ ਵੱਲ ਦੇਖਦਾ, ਕਿਤੇ ਆਪਣੀ ਪਤਨੀ ਦੀ ਮ੍ਰਿਤਕ ਸਰੀਰ ਵੱਲ। ਉਹ ਬੇਸੁੱਧ ਸੀ ਤੇ ਸਮਝ ਨਹੀਂ ਸੀ ਆ ਰਿਹਾ ਕਿ ਕੀ ਕਰੇ। ਇਕੱਠੇ ਹੀ ਹੋਏ 2 ਅਸਹਿਣਯੋਗ ਹਾਦਸੇ ਉਸਦਾ ਦਿਲ ਸਹਿ ਨਹੀਂ ਸਕਿਆ ਤੇ ਉੱਥੇ ਬੈਠੇ ਉਸ ਨੂੰ ਵੀ ਦਿਲ ਦਾ ਦੌਰਾ ਪੈ ਗਿਆ। ਦੇਖਦੇ ਉਸਦੇ ਪ੍ਰਾਣ ਖੰਡੇਰੂ ਉੱਡ ਗਏ।
ਗੁਰਮੇਹਰ ਵਿਚਾਰੀ ਦੇ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ। ਉਸਦੀ ਤਾਂ ਮੰਨੋ ਜ਼ੁਬਾਨ ਹੀ ਖੜ ਗਈ ਹੋਵੇ। ਪਤਾ ਨਹੀਂ ਰੱਬ ਨੇ ਉਸ ਤੋਂ ਕਿਸ ਜਨਮ ਦਾ ਬਦਲਾ ਲਿਆ ਸੀ। ਮਿੰਟਾਂ ਸਕਿੰਟਾਂ ਵਿੱਚ ਉਸਦਾ ਸਭ ਕੁਝ ਖਤਮ ਹੋ ਗਿਆ। ਦੂਰ ਦੇ ਰਿਸ਼ਤੇਦਾਰਾਂ ਤੇ ਆਂਢ ਗੁਆਂਢੀਆਂ ਦੀ ਮਦਦ ਨਾਲ ਉਸਨੇ ਆਪਣੇ ਮਾਤਾ-ਪਿਤਾ ਦਾ ਅੰਤਿਮ ਸੰਸਕਾਰ ਕੀਤਾ। ਹੌਲੀ-ਹੌਲੀ ਰਿਸ਼ਤੇਦਾਰ ਆਪਣੇ ਘਰ ਚਲੇ ਗਏ, ਬਸ ਬਿਨਾਂ ਉਹਨਾਂ ਲੋਕਾਂ ਤੋਂ ਜਿਨ੍ਹਾਂ ਦੀ ਨਜ਼ਰ ਤੇ ਉਹਨਾਂ ਦੀ ਪ੍ਰਾਪਰਟੀ ਤੇ ਸੀ। ਰਵਿੰਦਰ ਸਿੰਘ ਦਾ ਪ੍ਰਾਪਰਟੀ ਡੀਲਰ ਦਾ ਕਾਰੋਬਾਰ ਸੀ। ਇਹ ਕਾਰੋਬਾਰ ਗੁਰਮੇਹਰ ਤੋਂ ਨਹੀਂ ਸੀ ਸੰਭਾਲਿਆ ਜਾ ਸਕਦਾ। ਉਸਦੇ ਪਿਤਾ ਦੁਆਰਾ ਬਾਜ਼ਾਰ ਵਿੱਚ ਲੱਗੇ ਸਾਰੇ ਪੈਸੇ ਡੁੱਬ ਗਏ। ਪਿੱਛੇ ਰਹਿ ਗਿਆ ਤਾਂ ਸਿਰਫ ਉਸਦਾ ਮਕਾਨ, ਖੁੱਲ੍ਹਾ ਵਿਹੜਾ ਤੇ ਉਹਨਾਂ ਦਾ ਦਫ਼ਤਰ। ਕਈ ਮਹੀਨਿਆਂ ਤੱਕ ਮਿਹਰ ਦੁੱਖ ਵਿੱਚ ਡੁੱਬੀ ਰਹੀ। ਹੌਲੀ-ਹੌਲੀ ਸਾਰੇ ਪੈਸੇ ਖਤਮ ਹੋ ਗਏ। ਘਰ ਚਲਾਉਣ ਲਈ ਤਾਂ ਹੁਣ ਉਸਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਸੀ। ਉਸਨੇ ਪ੍ਰਾਈਵੇਟ ਸਕੂਲ ਵਿੱਚ ਟੀਚਰ ਦੀ ਨੌਕਰੀ ਕਰ ਲਈ ਤੇ ਜਿਉਂਦਾ ਲਾਸ਼ ਦੀ ਤਰ੍ਹਾਂ ਬਸ ਇੱਕ ਮਸ਼ੀਨ ਵਾਂਗ ਜ਼ਿੰਦਗੀ ਜਿਉ ਰਹੀ ਸੀ। ਅਚਾਨਕ ਇੱਕ ਦਿਨ ਉਸਦੀ ਮਾਸੀ ਦਾ ਮੁੰਡਾ ਗੁਰਵਿੰਦਰ ਉਸ ਨੂੰ ਮਿਲਣ ਆਇਆ। ਬਚਪਨ ਤੋਂ ਹੀ ਉਹਨਾਂ ਦੋਵਾਂ ਦਾ ਬਹੁਤ ਪਿਆਰ ਸੀ, ਬਹੁਤ ਬਣਦੀ ਸੀ। ਦੋਨਾਂ ਭੈਣ ਭਰਾਵਾਂ ਵਿੱਚ ਉਹ ਪੜ੍ਹਾਈ ਕਰਨ ਲਈ ਵਿਦੇਸ਼ ਚਲਾ ਗਿਆ ਸੀ, ਬਸ ਉੱਥੇ ਹੀ ਵਸ ਗਿਆ। ਇੰਨੇ ਸਾਲਾਂ ਬਾਅਦ ਗੁਰਿੰਦਰ ਨੂੰ ਆਇਆ ਦੇਖ ਕੇ ਉਸ ਨੂੰ ਥੋੜ੍ਹੀ ਹੈਰਾਨੀ ਹੋਈ। ਲੱਗਿਆ ਕਿ ਚਲੋ ਇੰਨੀ ਵੱਡੀ ਦੁਨੀਆ ਵਿੱਚ ਕੋਈ ਤਾਂ ਉਸਦਾ ਹੈ ਜਿਸ ਨੂੰ ਉਸਦੀ ਪਰਵਾਹ ਹੈ। ਗੁਰਿੰਦਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਕਿ ਮਿਹਰ ਖੁਸ਼ ਰਹੇ, ਹੱਸਦੀ ਮੁਸਕਰਾਉਂਦੀ ਰਹੇ। ਪਰ ਕਿੰਨੇ ਕੁ ਦਿਨ, ਆਖਰ ਗੁਰਿੰਦਰ ਨੂੰ ਵਾਪਸ ਤਾਂ ਜਾਣਾ ਹੀ ਪੈਣਾ ਸੀ। ਫਿਰ ਇੱਕ ਦਿਨ ਖਾਣਾ ਖਾਂਦੇ ਸਮੇਂ ਗੁਰਿੰਦਰ ਨੇ ਮਿਹਰ ਨੂੰ ਕਿਹਾ, ਦੇਖ ਮਿਹਰ, ਹੁਣ ਮਾਸੀ ਮਾਸੜ ਜੀ ਤਾਂ ਰਹੇ ਨਹੀਂ, ਹੁਣ ਤੂੰ ਇਕੱਲੇ ਕਿਵੇਂ ਰਹੇਂਗੀ? ਮੈਂ ਤਾਂ ਕਹਿਣਾ ਹੈ ਤੂੰ ਦੁਬਾਰਾ ਆਪਣਾ ਘਰ ਵਸਾਉਣ ਦੀ ਸੋਚ। ਮਿਹਰ ਨੇ ਇੱਕਦਮ ਜਵਾਬ ਦਿੱਤਾ, ਨਹੀਂ ਗੁਰਿੰਦਰ, ਇਸ ਤਰ੍ਹਾਂ ਕਦੇ ਨਹੀਂ ਹੋ ਸਕਦਾ। ਇੰਨੇ ਧੋਖੇ ਖਾਣ ਤੋਂ ਬਾਅਦ ਹੁਣ ਦੁਨੀਆ ਦੇ ਹਰ ਰਿਸ਼ਤੇ ਤੋਂ ਮੇਰਾ ਵਿਸ਼ਵਾਸ ਚੁੱਕਿਆ ਗਿਆ ਹੈ। ਜਦੋਂ ਤੱਕ ਜਿਉਂਦੀ ਹਾਂ ਇਕੱਲੀ ਰਹੂੰਗੀ। ਰਹਿਣ ਲਈ ਘਰ ਹੈ, ਕੰਮ ਕਰ ਰਹੀ ਹਾਂ। ਗੁਰਿੰਦਰ ਨੇ ਉਸ ਨੂੰ ਮਨਾਉਣ ਲਈ ਫਿਰ ਕਿਹਾ, ਆਖਿਰ ਕਦੋਂ ਤੱਕ ਤੂੰ ਟੀਚਰ ਦੀ ਨੌਕਰੀ ਕਰ ਸਕੇਂਗੀ? ਸਰੀਰ ਵੀ ਤਾਂ ਆਖਰ ਕਦੇ ਨਾ ਕਦੇ ਥੱਕ ਹੀ ਜਾਵੇਗਾ। ਉਦੋਂ ਕੀ ਕਰੇਂਗੀ? ਮਿਹਰ ਨੇ ਫਿਰ ਪਲਟਵਾਂ ਜਵਾਬ ਦਿੱਤਾ ਕਿ ਉਦੋਂ ਦੀ ਉਦੋਂ ਦੇਖੀ ਜਾਊ। ਗੁਰਵਿੰਦਰ, ਰਾਤ ਬਹੁਤ ਹੋ ਗਈ, ਹੁਣ ਤੂੰ ਜਾ ਕੇ ਸੌਂ ਜਾ। ਮਿਹਰ ਨੇ ਗੁਰਿੰਦਰ ਨੂੰ ਤਾਂ ਚੁੱਪ ਕਰਵਾ ਦਿੱਤਾ ਸੀ, ਪਰ ਉਸ ਦੀਆਂ ਗੱਲਾਂ ਨੇ ਮਿਹਰ ਦੀ ਨੀਂਦ ਉਡਾ ਦਿੱਤੀ ਸੀ। ਉਹ ਪਾਸੇ ਲੈਂਦੀ ਰਹੀ ਤੇ ਸੋਚੀ ਗਈ ਕਿ ਠੀਕ ਹੀ ਤਾਂ ਕਹਿ ਰਿਹਾ ਹੈ ਗੁਰਿੰਦਰ। ਇੰਨੀ ਵੱਡੀ ਦੁਨੀਆ ਵਿੱਚ ਇਕੱਲੀ ਮੈਂ ਕਰੂੰਗੀ ਕੀ? ਹਰ ਕੋਈ ਫਾਇਦਾ ਚੱਕਣ ਦੀ ਸੋਚਦਾ ਹੈ। ਮੈਂ ਕਦੋਂ ਤੱਕ ਆਪਣੇ ਆਪ ਨੂੰ ਬਚਾ ਸਕਾਂਗੀ? ਪਰਿਵਾਰ ਵਿੱਚ ਵੀ ਕੋਈ ਨਹੀਂ ਹੈ, ਬਸ ਇੱਕ ਇਹੀ ਤਾਂ ਭਰਾ ਦਾ ਰਿਸ਼ਤਾ ਬਚਿਆ ਹੈ। ਇਹ ਸਭ ਸੋਚਦੇ ਸੋਚਦੇ ਕਦੋਂ ਉਸਦੀ ਅੱਖ ਲੱਗ ਗਈ ਉਸਨੂੰ ਪਤਾ ਨਾ ਲੱਗਾ। ਅਗਲੇ ਦਿਨ ਗੁਰਿੰਦਰ ਨੇ ਕਿਹਾ ਕਿ ਮੈਂ ਸਿਰਫ ਤੈਨੂੰ ਹੀ ਮਿਲਣਾ ਸੀ। ਮਿਹਰ, ਹੁਣ ਮੈਨੂੰ ਵਾਪਸ ਜਾਣਾ ਪੈਣਾ ਹੈ। ਜਾਣ ਤੋਂ ਬਾਅਦ ਵੀ ਉਹ ਹਰ ਰੋਜ਼ ਉਸਨੂੰ ਫੋਨ ਕਰਦਾ। ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਵੀ ਮਿਹਰ ਦੀ ਗੱਲ ਕਰਵਾਉਂਦਾ। ਹੌਲੀ ਹੌਲੀ ਮਿਹਰ ਦਾ ਮਨ ਵੀ ਡੋਲਣ ਲੱਗਾ। ਫਿਰ ਇੱਕ ਰਾਤ ਉਹ ਸੋਚਦੀ ਹੈ, ਆਪਣੇ ਭਵਿੱਖ ਦੀ ਚਿੰਤਾ ਕਰ ਰਹੀ ਸੀ। ਇੰਨੀਆਂ ਠੋਕਰਾਂ ਖਾਣ ਤੋਂ ਬਾਅਦ ਕਿਸੇ ਰਿਸ਼ਤੇ 'ਤੇ ਵਿਸ਼ਵਾਸ ਕਰਨ ਨੂੰ ਉਸਦਾ ਮਨ ਨਹੀਂ ਸੀ ਕਰ ਰਿਹਾ। ਜ਼ਿਆਦਾ ਕੰਮ ਤੇ ਇਕੱਲਾਪਣ ਦੀ ਵਜ੍ਹਾ ਕਰਕੇ ਹੌਲੀ ਹੌਲੀ ਉਹ ਡਿਪਰੈਸ਼ਨ ਵਿੱਚ ਜਾਣ ਲੱਗ ਪਈ ਸੀ, ਜਿਸ ਕਰਕੇ ਉਸਦੇ ਮਨ ਵਿੱਚ ਹਮੇਸ਼ਾ ਨਕਾਰਾਤਮਕ ਸੋਚ ਹੀ ਆਉਂਦੀ ਸੀ। ਸਵੇਰੇ ਉੱਠਦਿਆਂ ਹੀ ਉਸਨੇ ਗੁਰਿੰਦਰ ਨੂੰ ਫੋਨ ਕੀਤਾ ਤੇ ਕਿਹਾ, ਮੈਂ ਆਪਣੇ ਘਰ ਵਿੱਚ ਹੀ ਅਨਾਥ ਆਸ਼ਰਮ ਖੋਲ੍ਹਣਾ ਚਾਹੁੰਦੀ ਹਾਂ, ਜਿੱਥੇ ਅਨਾਥ ਬੱਚਿਆਂ ਨੂੰ ਮਾਂ ਦੀ ਮਮਤਾ ਮਿਲ ਜਾਵੇ ਤੇ ਮੈਨੂੰ ਬੱਚਿਆਂ ਦਾ ਸਾਥ। ਗੁਰਿੰਦਰ ਨੇ ਕਿਹਾ, ਤੂੰ ਪਾਗਲ ਤਾਂ ਨਹੀਂ ਹੋ ਗਈ? ਅਨਾਥ ਆਸ਼ਰਮ ਖੋਲ੍ਹਣਾ ਕੋਈ ਸੌਖਾ ਕੰਮ ਨਹੀਂ। ਬੱਚਿਆਂ ਦੇ ਰਹਿਣ ਤੇ ਖਾਣ ਪੀਣ ਦੀ ਵਿਵਸਥਾ ਤੋਂ ਕਿਵੇਂ ਕਰੇਂਗੀ? ਕਿੱਥੋਂ ਕਰੇਂਗੀ? ਵੇਖ ਮਿਹਰ, ਮੈਂ ਅਜੇ ਵੀ ਕਹਿਣਾ ਹਾਂ ਤੂੰ ਮੇਰੇ ਕੋਲ ਆ ਜਾ। ਆਖਿਰ ਮੈਂ ਤੇਰਾ ਭਰਾ। ਮੈਂ ਜਾਣਦਾ ਹਾਂ ਤੂੰ ਛੋਟੀ ਉਮਰ ਵਿੱਚ ਹੀ ਵੱਡੇ ਦੁੱਖ ਦੇਖੇ, ਪਰ ਕਿਤੇ ਤਾਂ ਭਰੋਸੇ ਦੀ ਸ਼ੁਰੂਆਤ ਕਰਨੀ ਪਵੇਗੀ। ਪਰ ਗੁਰਿੰਦਰ, ਇੱਥੋਂ ਦੀ ਪ੍ਰਾਪਰਟੀ ਦਾ ਕੀ ਹੋਵੇਗਾ? ਪਹਿਲਾਂ ਹੀ ਪਾਪਾ ਦੀ ਸਾਰੀ ਪ੍ਰਾਪਰਟੀ ਲੋਕਾਂ ਨੇ ਦੱਬ ਲਈ ਤੇ ਜੋ ਬਚਿਆ ਹੈ ਉਸ ਨੂੰ ਤਾਂ ਸਾਂਭ ਕੇ ਰੱਖਾਂ। ਜੇ ਮੈਂ ਬਾਹਰ ਤੇਰੇ ਕੋਲ ਆ ਗਈ ਤਾਂ ਇਹ ਵੀ ਨਹੀਂ ਬਚਣੀ। ਫਿਰ ਇਹ ਵੀ ਨਹੀਂ ਪਤਾ ਕਿ ਕੈਨੇਡਾ ਦੇ ਰਹਿਣ ਸਹਿਣ ਵਿੱਚ ਮੈਂ ਐਡਜਸਟ ਕਰਾਂਗੀ ਕਿ ਨਹੀਂ। ਮੇਰੀ ਤਾਂ ਅੰਗਰੇਜ਼ੀ ਵੀ ਇੰਨੀ ਵਧੀਆ ਨਹੀਂ ਕਿ ਮੈਂ ਉੱਥੇ ਜਾ ਕੇ ਕਿਸੇ ਨਾਲ ਗੱਲ ਕਰ ਸਕਾਂ। ਗੁਰਿੰਦਰ ਨੇ ਫਿਰ ਉਸ ਨੂੰ ਸਮਝਾਇਆ ਤੇ ਕਿਹਾ, ਮਿਹਰ ਤੂੰ ਹਾਂ ਕਰ, ਮੈਂ ਸਾਰਾ ਪ੍ਰਬੰਧ ਕਰ ਦਊਂਗਾ। ਫਿਰ ਕੁਝ ਦਿਨਾਂ ਬਾਅਦ ਗੁਰਿੰਦਰ ਵਾਪਸ ਇੰਡੀਆ ਆਇਆ। ਉਸਨੇ ਮਿਹਰ ਦੇ ਪਿਤਾ ਦੇ ਪੁਰਾਣੇ ਸਟਾਫ ਨੂੰ ਬੁਲਾ ਕੇ ਕਾਗਜ਼, ਜ਼ਮੀਨ ਅਤੇ ਦਫ਼ਤਰ ਦੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਅਤੇ ਬਕਾਇਦਾ ਐਗਰੀਮੈਂਟ ਪੇਪਰ 'ਤੇ ਸਾਈਨ ਲੈ ਲਏ। ਫਿਰ ਮਿਹਰ ਨੂੰ ਲੈ ਕੇ ਕੈਨੇਡਾ ਲਈ ਰਵਾਨਾ ਹੋ ਗਿਆ। ਜਹਾਜ਼ ਦੀ ਖਿੜਕੀ ਤੋਂ ਬਾਹਰ ਦੇਖਦੇ ਹੋਏ ਮਿਹਰ ਨੂੰ ਅਜਿਹਾ ਲੱਗ ਰਿਹਾ ਸੀ ਕਿ ਮੰਨੋ ਉਹ ਕਿਸੇ ਦੂਜੀ ਦੁਨੀਆ ਦੀ ਸੈਰ ਕਰ ਰਹੀ ਹੋਵੇ। ਤੇ ਆਖਰ ਉਹ ਗੁਰਿੰਦਰ ਦੇ ਘਰ ਕੈਨੇਡਾ ਆ ਕੇ ਰਹਿਣ ਲੱਗੀ। ਗੁਰਿੰਦਰ ਦੀ ਪਤਨੀ ਨੇ ਵੀ ਉਸ ਦਾ ਦਿਲੋਂ ਸਵਾਗਤ ਕੀਤਾ ਤੇ ਉਸਦੇ 2 ਛੋਟੇ-ਛੋਟੇ ਬੱਚੇ ਮਿਹਰ ਨੂੰ ਇੰਨੇ ਪਿਆਰੇ ਲੱਗੇ ਕਿ ਉਹ ਆਪਣੀਆਂ ਬਾਹਾਂ ਫੈਲਾ ਕੇ ਆਪਣੇ ਸੀਨੇ ਨਾਲ ਘੁੱਟ-ਘੁੱਟ ਕੇ ਲਾਵੇ। ਪਰ ਸੁਖਪ੍ਰੀਤ ਨੂੰ ਇਹ ਚੰਗਾ ਲੱਗੇਗਾ ਕਿ ਨਹੀਂ, ਇਹ ਸੋਚ ਉਹ ਰੁਕ ਗਈ।
ਫਿਰ ਸੁਖਪ੍ਰੀਤ ਨੇ ਦੇਖਿਆ ਤੇ ਕਿਹਾ, ਇਹ ਤੁਹਾਡੇ ਬੱਚੇ ਹਨ, ਤੁਸੀਂ ਇਹਨਾਂ ਦੇ ਭੂਆ ਜੀ ਹੋ। ਇਹ ਕਹਿ ਕੇ ਉਸਨੇ ਬੱਚਿਆਂ ਨੂੰ ਅੱਗੇ ਕਰ ਦਿੱਤਾ। ਇਸੇ ਤਰ੍ਹਾਂ ਖੁਸ਼ੀ-ਖੁਸ਼ੀ 2-4 ਦਿਨ ਨਿਕਲ ਗਏ। ਇੱਕ ਦਿਨ ਸਵੇਰੇ-ਸਵੇਰੇ ਸੁਖਪ੍ਰੀਤ ਨੂੰ ਗੁਰਿੰਦਰ ਨਾਲ ਪਰੇਸ਼ਾਨ ਹੋ ਕੇ ਕਹਿੰਦੇ ਸੁਣਿਆ ਕਿ ਬੱਚਿਆਂ ਨੂੰ ਸੰਭਾਲਣ ਵਾਲੀ ਨੈਣੀ ਕੰਮ ਛੱਡ ਕੇ ਚਲੀ ਗਈ ਹੈ। ਹੁਣ ਮੈਂ ਬੱਚਿਆਂ ਨੂੰ ਸੰਭਾਲਾਂ ਕਿ ਆਪਣੀ ਨੌਕਰੀ ਕਰਾਂ। ਗੁਰਿੰਦਰ ਨੇ ਕਿਹਾ, ਸੁਖਪ੍ਰੀਤ ਤੂੰ ਆਪਦੀ ਨੌਕਰੀ ਕਿਵੇਂ ਛੱਡ ਸਕਦੀ ਹੈ? ਹਜੇ ਤਾਂ ਆਪਾਂ ਘਰ ਦਾ ਲੋਨ ਵੀ ਭਰਨਾ ਹੈ ਤੇ ਬੱਚਿਆਂ ਦਾ ਖਰਚਾ। ਇਹ ਸਭ ਕੁਝ ਮੇਰੇ ਇਕੱਲੇ ਦੀ ਸੈਲਰੀ ਨਾਲ ਨਹੀਂ ਹੋ ਸਕਦਾ। ਮਿਹਰ ਇਹ ਸਾਰੀਆਂ ਗੱਲਾਂ ਸੁਣ ਰਹੀ ਸੀ। ਉਸਨੇ ਆ ਕੇ ਗੁਰਿੰਦਰ ਨੂੰ ਕਿਹਾ, ਤੂੰ ਪਰੇਸ਼ਾਨ ਕਿਉਂ ਹੁੰਦੇ ਹੋ? ਮੈਂ ਸਾਰਾ ਦਿਨ ਘਰੇ ਹੀ ਬੈਠੀ ਰਹਿੰਦੀ ਹਾਂ। ਮੈਂ ਬੱਚਿਆਂ ਨੂੰ ਸੰਭਾਲ ਲਵਾਂਗੀ ਤੇ ਸੁਖਪ੍ਰੀਤ ਨੂੰ ਨੌਕਰੀ ਛੱਡਣ ਦੀ ਕੋਈ ਜ਼ਰੂਰਤ ਨਹੀਂ। ਇੰਨਾ ਸੁਣਦੇ ਹੀ ਸੁਖਪ੍ਰੀਤ ਨੇ ਮਿਹਰ ਨੂੰ ਗਲ ਨਾਲ ਲਾ ਲਿਆ ਤੇ ਕਿਹਾ, ਤੁਸੀਂ ਮੇਰੀ ਬਹੁਤ ਵੱਡੀ ਸਮੱਸਿਆ ਹੱਲ ਕਰ ਦਿੱਤੀ ਹੈ। ਜੇ ਅੱਜ ਤੁਸੀਂ ਨਾ ਹੁੰਦੇ ਤਾਂ ਕੀ ਹੁੰਦਾ? ਭਾਬੀ ਤੁਸੀਂ ਫਿਕਰ ਨਾ ਕਰੋ। ਹੁਣ ਦੋਨਾਂ ਬੱਚਿਆਂ ਦੀ ਜ਼ਿੰਮੇਵਾਰੀ ਮਿਹਰ ਤੇ ਆ ਗਈ। ਉਹ ਖੁਸ਼ੀ-ਖੁਸ਼ੀ ਦੋਨਾਂ ਬੱਚਿਆਂ ਨੂੰ ਖਾਣਾ ਖਵਾਉਂਦੀ, ਨਵਾਉਂਦੀ ਧਵਾਉਂਦੀ ਅਤੇ ਲੈ ਕੇ ਸਵਾਉਣ ਤੱਕ ਦੀ ਜ਼ਿੰਮੇਵਾਰੀ ਨਿਭਾ ਰਹੀ ਸੀ। ਗੁਰਿੰਦਰ ਤੇ ਸੁਖਪ੍ਰੀਤ ਨੂੰ ਜਦੋਂ ਕੰਮ ਤੋਂ ਆਉਂਦਿਆਂ ਦੇਰ ਹੋ ਜਾਂਦੀ ਤਾਂ ਉਹ ਉਹਨਾਂ ਦਾ ਖਾਣਾ ਬਣਾ ਕੇ ਵੀ ਰੱਖ ਦਿੰਦੀ। ਸੁਖਪ੍ਰੀਤ ਕਹਿੰਦੀ, ਤੁਸੀਂ ਕਿੰਨਾ ਲਾਜਵਾਬ ਖਾਣਾ ਬਣਾਉਂਦੇ ਹੋ। ਸੱਚੀ ਤੁਹਾਡੇ ਹੱਥ ਵਿੱਚ ਜਾਦੂ ਹੈ। ਕਈ ਸਾਲ ਹੋ ਗਏ ਇਹੋ ਖਾਣਾ ਖਾਧੇ ਹੋਏ। ਮਿਹਰ ਨੇ ਜਵਾਬ ਦਿੱਤਾ ਕਿ ਭਾਬੀ ਤੁਹਾਨੂੰ ਮੇਰੇ ਹੱਥ ਦਾ ਖਾਣਾ ਪਸੰਦ ਆਇਆ, ਇਹ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਜੇਕਰ ਤੁਹਾਨੂੰ ਬੁਰਾ ਨਾ ਲੱਗੇ ਤਾਂ ਮੈਂ ਹੀ ਖਾਣਾ ਬਣਾ ਦਿਆ ਕਰੂੰਗੀ। ਨੇਕੀ ਤੇ ਪੁੱਛ-ਪੁੱਛ, ਸਾਡੀ ਤਾਂ ਜਿਵੇਂ ਲਾਟਰੀ ਹੀ ਲੱਗ ਗਈ। ਹੁਣ ਸਾਨੂੰ ਰੋਜ਼ ਤੁਹਾਡੇ ਹੱਥ ਦਾ ਸਵਾਦਿਸ਼ਟ ਖਾਣਾ ਮਿਲੇਗਾ। ਮੈਂ ਬਹੁਤ ਖੁਸ਼ ਹਾਂ ਮਿਹਰ। ਗੁਰਿੰਦਰ ਨੇ ਖੁਸ਼ ਹੁੰਦੇ ਹੋਏ ਕਿਹਾ। ਇਸੇ ਤਰ੍ਹਾਂ ਪੂਰਾ 1 ਸਾਲ ਲੰਘ ਗਿਆ। ਮਿਹਰ ਨੇ ਬੜੀ ਸੁਘੜਤਾ ਨਾਲ ਪੂਰਾ ਘਰ ਸੰਭਾਲ ਲਿਆ ਸੀ। ਉਸ ਨੂੰ ਖੁਸ਼ੀ ਹੁੰਦੀ ਸੀ ਕਿ ਚਲੋ ਉਸ ਦਾ ਜੀਵਨ ਕਿਸੇ ਦੇ ਕੰਮ ਤਾਂ ਆਇਆ। ਇੱਥੇ ਸਾਰੇ ਖੁਸ਼ ਸਨ, ਉਸ ਨੂੰ ਪਿਆਰ ਵੀ ਕਰਦੇ ਸਨ। ਅਗਲੇ ਕੁਝ ਦਿਨਾਂ ਤੱਕ ਮਿਹਰ ਦੇ ਪਾਪਾ ਦੀ ਬਰਸੀ ਆਉਣ ਵਾਲੀ ਸੀ। ਉਸ ਨੇ ਗੁਰਿੰਦਰ ਨੂੰ ਕਿਹਾ ਕਿ ਮੈਂ ਪਾਪਾ ਦੀ ਬਰਸੀ ਤੇ ਪਾਠ ਕਰਵਾਉਣਾ ਚਾਹੁੰਦੀ ਹਾਂ। ਤਾਂ ਗੁਰਿੰਦਰ ਨੇ ਕਿਹਾ ਕਿ ਮਿਹਰ ਇੱਥੇ ਇਸ ਤਰ੍ਹਾਂ ਕਰਨ ਦੀ ਕੀ ਜ਼ਰੂਰਤ ਹੈ? ਇਹ ਸਭ ਕੁਝ ਤਾਂ ਇੰਡੀਆ ਵਿੱਚ ਹੁੰਦਾ ਹੈ। ਨਾਲੇ ਕਿਸੇ ਨੂੰ ਯਾਦ ਕਰਨਾ ਹੈ ਤਾਂ ਆਪਣੇ ਮਨੋਂ ਕਰੋ। ਤੂੰ ਵੀ ਉਹਨਾਂ ਨੂੰ ਯਾਦ ਕਰਕੇ ਪਾਠ ਕਰ ਲਵੀਂ। ਤੇ ਹੁਣ ਮੈਂ ਚੱਲਦਾ ਹਾਂ, ਮੈਂ ਕੰਮ ਤੋਂ ਲੇਟ ਹੋ ਰਿਹਾ ਹਾਂ। ਤੁਸੀਂ ਘਰ ਤੇ ਬੱਚਿਆਂ ਨੂੰ ਸੰਭਾਲ ਲੈਣਾ। ਕਹਿੰਦੇ ਹੋਏ ਗੁਰਿੰਦਰ ਅਤੇ ਸੁਖਪ੍ਰੀਤ ਚਲੇ ਗਏ। ਉਸ ਦਿਨ ਪਹਿਲੀ ਵਾਰ ਮਿਹਰ ਦੇ ਮਨ ਨੂੰ ਡੂੰਘੀ ਸੱਟ ਲੱਗੀ ਸੀ। ਪਰ ਫਿਰ ਉਸਨੇ ਆਪਣੇ ਮਨ ਨੂੰ ਸਮਝਾਇਆ ਕਿ ਇੱਥੇ ਹੋਰ ਤਰ੍ਹਾਂ ਦਾ ਮਾਹੌਲ ਹੈ। ਉਹ ਸ਼ਾਇਦ ਸਹੀ ਕਹਿ ਰਹੇ ਹਨ। ਅੱਜ ਉਹ ਕੰਮ ਤੋਂ ਕਾਫੀ ਲੇਟ ਆਏ। ਕਾਫੀ ਰਾਤ ਹੋ ਚੁੱਕੀ ਸੀ। ਸੁਖਪ੍ਰੀਤ ਨੇ ਆਉਂਦਿਆਂ ਕਿਹਾ ਕਿ ਅਸੀਂ ਬਾਹਰੋਂ ਖਾਣਾ ਖਾ ਕੇ ਆਏ ਹਾਂ, ਤੁਸੀਂ ਵੀ ਖਾਣਾ ਖਾਓ ਤੇ ਸੌਂ ਜਾਓ। ਮਿਹਰ ਨੇ ਕੁਝ ਨਹੀਂ ਕਿਹਾ ਕਿਉਂਕਿ ਅੱਜ ਉਸ ਦਾ ਵੀ ਕੁਝ ਖਾਣ ਨੂੰ ਮਨ ਨਹੀਂ ਸੀ ਕਰ ਰਿਹਾ। ਉਸਨੇ ਰਸੋਈ ਸਾਫ਼ ਕੀਤੀ ਤੇ ਜਾ ਕੇ ਆਪਣੇ ਕਮਰੇ ਵਿੱਚ ਲੇਟ ਗਈ। ਉਸ ਨੂੰ ਆਪਣੇ ਪਾਪਾ ਦੀ ਬਹੁਤ ਯਾਦ ਆ ਰਹੀ ਸੀ। ਅੱਜ ਬਹੁਤ ਘਾਟ ਮਹਿਸੂਸ ਹੋ ਰਹੀ ਸੀ। ਨੀਂਦ ਨਾ ਆਉਣ ਕਰਕੇ ਉਹ ਉੱਠ ਕੇ ਬਾਹਰ ਬਾਲਕੋਨੀ ਵਿੱਚ ਜਾਣ ਲੱਗੀ ਕਿ ਸ਼ਾਇਦ ਮਨ ਥੋੜਾ ਠੀਕ ਹੋ ਜਾਵੇ। ਜਾਂਦੇ ਹੋਏ ਨਾ ਚਾਹੁੰਦੇ ਹੋਏ ਵੀ ਉਸਦੇ ਕਦਮ ਗੁਰਿੰਦਰ ਦੇ ਦਰਵਾਜ਼ੇ ਤੇ ਰੁਕ ਗਏ। ਸੁਖਪ੍ਰੀਤ ਖਿੜਖੜਾ ਕੇ ਹੱਸ ਰਹੀ ਸੀ ਕਿ ਤੁਸੀਂ ਤਾਂ ਕਮਾਲ ਕਰ ਦਿੱਤਾ। ਇੰਨੀ ਆਸਾਨੀ ਨਾਲ ਮਿਹਰ ਨੂੰ ਬੇਵਕੂਫ ਬਣਾ ਕੇ ਇੱਥੇ ਲੈ ਆਏ। ਉਮਰ ਭਰ ਲਈ ਮੁਫਤ ਦੀ ਨੌਕਰਾਨੀ ਮਿਲ ਗਈ ਹੈ, ਬੱਚਿਆਂ ਦੀ ਕੇਅਰ ਟੇਕਰ ਵੀ। ਨਾਲੇ ਮਿਹਰ ਦੇ ਹੁੰਦਿਆਂ ਸਾਨੂੰ ਮਾਲੀ ਦੀ ਵੀ ਜ਼ਰੂਰਤ ਨਹੀਂ ਪੈਣੀ। ਬਾਹਰ ਲਾਉਣ ਦੀ ਦੇਖਭਾਲ ਵੀ ਕਰ ਲੈਂਦੀ ਹੈ। ਹੌਲੀ ਬੋਲ, ਕਿਤੇ ਮਿਹਰ ਨਾ ਸੁਣ ਲਵੇ, ਕਿਤੇ ਲੈਣੇ ਦੇ ਦੇਣੇ ਪੈ ਜਾਣ, ਉਸਨੇ ਕਲੇਸ਼ ਪਾ ਦੇਣਾ। ਗੁਰਿੰਦਰ ਨੇ ਕਿਹਾ। ਸੁਖਪ੍ਰੀਤ ਨੇ ਜਵਾਬ ਦਿੱਤਾ ਕਿ ਉਹ ਰੌਲਾ ਪਾ ਕੇ ਕੀ ਕਰੂਗੀ। ਉਸ ਦਾ ਵੀਜ਼ਾ, ਪਾਸਪੋਰਟ ਸਭ ਤੁਹਾਡੇ ਕੋਲ ਹੈ। ਇੱਥੇ ਤਾਂ ਉਸ ਦਾ ਆਸ-ਪਾਸ ਦੇ ਲੋਕਾਂ ਨਾਲ ਵੀ ਕੋਈ ਮੇਲ ਮਿਲਾਪ ਨਹੀਂ। ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ। ਹੁਣ ਤਾਂ ਬਸ ਇਸੇ ਤਰ੍ਹਾਂ ਇੰਡੀਆ ਵਾਲੀ ਪ੍ਰਾਪਰਟੀ ਸਾਡੇ ਨਾਂ ਹੋ ਜਾਵੇ। ਸਬਰ ਕਰ, ਮੈਂ ਸਾਰੇ ਕਾਗਜ਼ ਅਤੇ ਨੋਮਨੀ ਤੇ ਆਪਣਾ ਨਾਮ ਪਾ ਰੱਖਿਆ ਹੈ। ਜੇਕਰ ਕੱਲ ਨੂੰ ਕੁਝ ਹੁੰਦਾ ਹੈ ਤਾਂ ਸਾਰੀ ਜਾਇਦਾਦ ਦਾ ਮਾਲਕ ਮੈਂ ਹੀ ਹਾਂ। ਬਹੁਤ ਮਿਹਨਤ ਕਰਨੀ ਪਈ ਹੈ ਮੈਨੂੰ ਪ੍ਰਾਪਰਟੀ ਦੇ ਚੱਕਰ ਵਿੱਚ। ਚੱਲ ਹੁਣ ਸੌਂ ਜਾ, ਮੈਨੂੰ ਨੀਂਦ ਆ ਰਹੀ ਹੈ, ਗੁਰਿੰਦਰ ਨੇ ਕਿਹਾ। ਉਸ ਤੋਂ ਬਾਅਦ ਸਨਾਟਾ ਛਾ ਗਿਆ। ਸ਼ਾਇਦ ਉਹ ਦੋਨੋਂ ਸੌਂ ਗਏ ਸੀ। ਇਹ ਸਾਰੀਆਂ ਗੱਲਾਂ ਸੁਣ ਕੇ ਮਿਹਰ ਨੂੰ ਤਾਂ ਚੱਕਰ ਆਉਣ ਲੱਗ ਪਏ। ਉਸ ਨੂੰ ਹੁਣ ਸਮਝ ਆ ਗਈ ਸੀ ਕਿ ਇਹ ਸੀ ਉਹਨਾਂ ਦੀ ਸਾਰੀ ਚਾਲ। ਜਾਇਦਾਦ ਦੇ ਲਾਲਚ ਵਿੱਚ ਉਹ ਦੋਨੋਂ ਇੱਕ ਘਟੀਆਪਨ ਕਰ ਰਹੇ ਸਨ। ਇਹ ਤਾਂ ਮਿਹਰ ਨੇ ਸੋਚਿਆ ਵੀ ਨਹੀਂ ਸੀ। ਉਹ ਆਪਣੇ ਕਮਰੇ ਵਿੱਚ ਆ ਕੇ ਬੈਠ ਗਈ। ਸੱਚੀ ਉਸ ਦਾ ਪਾਸਪੋਰਟ, ਵੀਜ਼ਾ ਦੋਨਾਂ ਹੀ ਗੁਰਿੰਦਰ ਕੋਲ ਸਨ। ਹੁਣ ਮੈਂ ਕੀ ਕਰੂੰਗੀ? ਸਾਰੀ ਜ਼ਿੰਦਗੀ ਉਸ ਨੂੰ ਇਸ ਕੈਦ ਵਿੱਚ, ਇਸ ਘਰ ਵਿੱਚ ਨੌਕਰਾਨੀ ਬਣ ਕੇ ਰਹਿਣਾ ਪਵੇਗਾ। ਫਿਰ ਉਹ ਵਿਚਾਰੀ ਬਹੁਤ ਰੋਈ। ਪਰ ਫਿਰ ਉਸਨੇ ਸੋਚਿਆ ਕਿ ਇੰਨੀ ਜਲਦੀ ਉਹ ਹਿੰਮਤ ਨਹੀਂ ਹਾਰ ਸਕਦੀ। ਉਸ ਨੂੰ ਹਰ ਹਾਲਤ ਵਿੱਚ ਆਪਣੇ ਦੇਸ਼ ਵਾਪਸ ਜਾਣਾ ਹੋਵੇਗਾ।
ਪਰ ਇਸ ਤੋਂ ਪਹਿਲਾਂ ਉਸ ਨੂੰ ਵੀਜ਼ਾ ਤੇ ਪਾਸਪੋਰਟ ਆਪਣੇ ਹੱਥ ਵਿੱਚ ਕਰਨਾ ਹੋਵੇਗਾ। ਟਿਕਟ ਲਈ ਵੀ ਤਾਂ ਪੈਸੇ ਚਾਹੀਦੇ ਹਨ। ਕੀ ਕਰਾਂਗੀ, ਕਿਵੇਂ ਕਰਾਂਗੀ, ਪਰ ਕਰਾਂਗੀ ਜ਼ਰੂਰ। ਪਰ ਇਹ ਸਭ ਤੋਂ ਪਹਿਲਾਂ ਉਸ ਨੂੰ ਨੋਰਮਲ ਰਹਿਣਾ ਹੋਵੇਗਾ ਤਾਂ ਕਿ ਗੁਰਿੰਦਰ ਅਤੇ ਸੁਖਪ੍ਰੀਤ ਨੂੰ ਕੋਈ ਸ਼ੱਕ ਨਾ ਹੋਵੇ। ਜੇਕਰ ਉਸ ਨੂੰ ਥੋੜੀ ਜਿਹੀ ਵੀ ਭਿਣਕ ਲੱਗ ਗਈ ਤਾਂ ਉਸ ਦਾ ਜਿਉਣਾ ਦੁਰਭਰ ਕਰ ਦੇਣਗੇ। ਇਸ ਲਈ ਹਰ ਹਾਲਤ ਵਿੱਚ ਉਸ ਨੂੰ ਆਪਣੇ ਆਪ ਨੂੰ ਨੋਰਮਲ ਰੱਖਣਾ ਪੈਣਾ ਸੀ। ਹੁਣ ਸਾਰੀ ਰਾਤ ਸੋਚਾਂ ਵਿੱਚ ਲੰਘ ਰਹੀ ਸੀ। ਅਗਲੇ ਦਿਨ ਸਵੇਰੇ ਉੱਠੀ ਤਾਂ ਸਭ ਲਈ ਚਾਹ ਨਾਸ਼ਤਾ ਤਿਆਰ ਕੀਤਾ, ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਿਆ ਤੇ ਫਿਰ ਮਿਹਰ ਤੇ ਗੁਰਿੰਦਰ ਨੂੰ ਕਿਹਾ, ਦੇਖ ਗੁਰਿੰਦਰ, ਬੱਚਿਆਂ ਦੀ ਪੜ੍ਹਾਈ ਮੇਰੇ ਲਈ ਥੋੜੀ ਮੁਸ਼ਕਲ ਹੁੰਦੀ ਜਾ ਰਹੀ ਹੈ, ਕਿਉਂਕਿ ਤੈਨੂੰ ਤਾਂ ਪਤਾ ਹੀ ਹੈ ਮੇਰੀ ਅੰਗਰੇਜ਼ੀ ਇੰਨੀ ਵਧੀਆ ਨਹੀਂ। ਮੈਂ ਸੋਚ ਰਹੀ ਹਾਂ ਜੇਕਰ ਤੂੰ ਮੈਨੂੰ ਅੰਗਰੇਜ਼ੀ ਦੀ ਪੜ੍ਹਾਈ ਕਰਵਾ ਦੇਵੇਂ ਤਾਂ ਬੱਚਿਆਂ ਨੂੰ ਵੀ ਬਹੁਤ ਫਾਇਦਾ ਹੋਵੇਗਾ। ਫਿਰ ਮੈਂ ਘਰ ਤੋਂ ਬਾਹਰ ਵੀ ਕੰਮ ਕਰ ਸਕਦੀ ਹਾਂ। ਅੱਜ ਕੱਲ੍ਹ ਵੈਸੇ ਵੀ ਤੂੰ ਤੇ ਭਾਬੀ ਕਾਫੀ ਪਰੇਸ਼ਾਨ ਰਹਿੰਦੇ ਹੋ। ਇਸ ਤਰ੍ਹਾਂ ਜੇਕਰ ਮੈਂ ਬਾਹਰ ਜਾ ਕੇ ਕੰਮ ਕਰੂੰਗੀ ਤੁਹਾਡਾ ਥੋੜ੍ਹਾ ਜਿਹਾ ਆਰਾਮ ਤੁਹਾਨੂੰ ਵੀ ਮਿਲ ਜਾਏਗਾ। ਕਿਉਂਕਿ ਭਾਬੀ, ਮੈਂ ਠੀਕ ਕਹਿੰਦੀ ਆ ਨਾ। ਗੁਰਿੰਦਰ ਅਤੇ ਸੁਖਪ੍ਰੀਤ ਨੇ ਅੱਖਾਂ ਹੀ ਅੱਖਾਂ ਵਿੱਚ ਇੱਕ ਦੂਸਰੇ ਨੂੰ ਦੇਖਿਆ ਤੇ ਹੱਸਦੇ ਹੋਏ ਕਿਹਾ, ਹਾਂ ਹਾਂ ਕਿਉਂ ਨਹੀਂ ਮਿਹਰ, ਜੇਕਰ ਤੂੰ ਚਾਹੇ ਤਾਂ ਮੈਂ ਤੈਨੂੰ 1 ਘੰਟੇ ਲਈ ਕੋਚਿੰਗ ਸੈਂਟਰ ਭੇਜ ਦਿਆ ਕਰੂੰਗਾ। ਸ਼ਾਇਦ ਉਹ ਸੋਚ ਰਹੀ ਸੀ ਕਿ ਹੁਣ ਸਾਨੂੰ ਦੋਨਾਂ ਨੂੰ ਘਰ ਤੋਂ ਬਾਹਰ ਵਾਲੇ ਕੰਮਾਂ ਤੋਂ ਵੀ ਛੁੱਟੀ ਮਿਲ ਜਾਵੇਗੀ। ਇਹ ਸੋਚ ਕੇ ਉਸਨੇ ਹਾਮੀ ਭਰ ਦਿੱਤੀ। ਮਿਹਰ ਅੰਦਰੋਂ ਬਹੁਤ ਦੁਖੀ ਸੀ। ਕੀ ਕਰਦੀ ਵਿਚਾਰੀ? ਜਿਵੇਂ ਉਸਨੂੰ ਪੈਰ ਪੈਰ ਤੇ ਧੋਖੇ ਮਿਲੇ ਸੀ ਤਾਂ ਉਹ ਵਿਚਾਰੀ ਬਣ ਕੇ ਕਿੰਨੇ ਦਿਨ ਤੱਕ ਰਹਿ ਸਕਦੀ ਸੀ। ਉਸ ਦਾ ਸੀਨਾ ਦੁੱਖ ਨਾਲ ਉਛਲ ਰਿਹਾ ਸੀ, ਪਰ ਚਿਹਰੇ ਉੱਤੇ ਮੁਸਕਾਨ ਬਣੀ ਰਹਿੰਦੀ। ਮਿਹਰ ਨੇ ਕੋਚਿੰਗ ਕਲਾਸ ਵਿੱਚ ਐਡਮਿਸ਼ਨ ਲਈ। ਉੱਥੇ ਕਈ ਦੇਸ਼ਾਂ ਦੀਆਂ ਭਾਸ਼ਾਵਾਂ ਸਿਖਾਈਆਂ ਜਾਂਦੀਆਂ ਸੀ। ਉੱਥੇ ਸਾਰੇ ਲੋਕ ਅਣਜਾਣ ਸੀ, ਪਰ ਫਿਰ ਵੀ ਹੌਲੀ ਹੌਲੀ ਇੱਕ ਦੂਜੇ ਦੀ ਭਾਸ਼ਾ ਬਿਨਾਂ ਉਹ ਆਪਸ ਵਿੱਚ ਘੁਲ ਮਿਲ ਗਈ ਸੀ। ਸਾਰੇ ਆਪਣੀ ਆਪਣੀ ਭਾਸ਼ਾ ਵਿੱਚ ਇਸ਼ਾਰਿਆਂ ਨਾਲ ਇੱਕ ਦੂਜੇ ਨਾਲ ਗੱਲਾਂ ਕਰਦੇ। ਉੱਥੇ ਇੱਕ ਨਿੱਕ ਨਾਮ ਦੇ ਮੁੰਡੇ ਨਾਲ ਜਿਸ ਨਾਲ ਮਿਹਰ ਦੀ ਦੋਸਤੀ ਹੋ ਗਈ। ਮਿਹਰ ਦੇ ਚਿਹਰੇ ਦੀ ਉਦਾਸੀ ਨੂੰ ਕਈ ਵਾਰ ਨਿੱਕ ਨੇ ਪੜ੍ਹਿਆ ਸੀ। ਉਸ ਨੂੰ ਖਰੀਦਣ ਦੀ ਕੋਸ਼ਿਸ਼ ਵੀ ਕੀਤੀ, ਪਰ ਮਿਹਰ ਉਸ ਨੂੰ ਕੁਝ ਵੀ ਨਾ ਦੱਸ ਸਕੀ। ਘਰ ਅਤੇ ਬਾਹਰ ਦੋਨਾਂ ਜਗ੍ਹਾ ਕੰਮ ਕਰਦੇ ਮਿਹਰ ਪੂਰੀ ਤਰ੍ਹਾਂ ਥੱਕ ਜਾਂਦੀ ਸੀ। ਪਹਿਲਾਂ ਤਾਂ ਸੁਖਬੀਰ ਬੜੇ ਪਿਆਰ ਨਾਲ ਕੰਮ ਲਈ ਕਿਹਾ ਕਰਦੀ ਸੀ, ਪਰ ਹੁਣ ਉਹ ਹੁਕਮ ਚਲਾਉਣ ਲੱਗ ਪਈ ਸੀ। ਇਹ ਕੰਮ ਕਿਉਂ ਨਹੀਂ ਕੀਤਾ? ਇਹ ਕੰਮ ਇਸ ਤਰ੍ਹਾਂ ਕਰਨਾ ਸੀ। ਕਿੱਥੇ ਸੀ ਤੂੰ ਹੁਣ ਤੱਕ? ਅੱਜ ਤੂੰ ਰੋਟੀ ਕਿਉਂ ਨਹੀਂ ਬਣਾਈ? ਕਦੇ ਅਚਾਨਕ ਹੀ ਕਹਿ ਦਿੰਦੀ ਕਿ ਅੱਜ ਘਰ ਵਿੱਚ ਪਾਰਟੀ ਹੈ, ਮੇਰੀਆਂ ਸਹੇਲੀਆਂ ਆ ਰਹੀਆਂ ਹਨ, ਇਸ ਲਈ ਸ਼ਾਮ ਦੀ ਪਾਰਟੀ ਦੀ ਸਾਰੀ ਤਿਆਰੀ ਕਰਕੇ ਰੱਖੀ। ਮੇਰ ਵਿਚਾਰੀ ਉਸ ਦੀਆਂ ਝਿੜਕਾਂ ਬਰਦਾਸ਼ਤ ਕਰਦੀ ਰਹੀ। ਇੰਨਾ ਕੰਮ ਕਰਨ ਤੋਂ ਬਾਅਦ ਉਹ ਰਾਤ ਉਸ ਨੂੰ ਬੁਖਾਰ ਹੋ ਗਿਆ ਤੇ ਸਵੇਰੇ ਉਸ ਦੀ ਅੱਖ ਨਾ ਖੁੱਲੀ। ਬੱਚੇ ਵੀ ਸਕੂਲ, ਬੱਸ ਮਿਸ ਹੋ ਗਈ ਤੇ ਉਸ ਦੀ ਹਾਲਤ ਦੇਖ ਕੇ ਬਗੈਰ ਸੁਖਪ੍ਰੀਤ ਉਸ ਉੱਪਰ ਬੰਬ ਦੀ ਤਰ੍ਹਾਂ ਫਟ ਗਈ। ਇੰਡੀਆ ਵਿੱਚ ਤੈਨੂੰ ਕੋਈ ਪੁੱਛਣ ਵਾਲਾ ਨਹੀਂ ਸੀ। ਅਸੀਂ ਤੈਨੂੰ ਇੱਥੇ ਲੈ ਕੇ ਆਏ, ਮਹਾਰਾਣੀਆਂ ਵਾਂਗ ਰੱਖਿਆ, ਫਿਰ ਵੀ ਤੇਰੇ ਇੰਨੇ ਨਖਰੇ। ਤੇਰੀ ਵਜ੍ਹਾ ਨਾਲ ਬੱਚਿਆਂ ਦੀ ਬੱਸ ਮਿਸ ਹੋ ਗਈ। ਗੁਰਿੰਦਰ ਨੇ ਗੱਲ ਨੂੰ ਸੰਭਾਲ ਲਿਆ ਤੇ ਸੁਖਪ੍ਰੀਤ ਨੂੰ ਕਮਰੇ ਅੰਦਰ ਲੈ ਗਿਆ ਅਤੇ ਸਮਝਾਉਂਦੇ ਹੋਏ ਬੋਲਿਆ, ਜੇਕਰ ਤੂੰ ਇਸ ਤਰ੍ਹਾਂ ਮਿਹਰ ਨਾਲ ਵਿਵਹਾਰ ਕਰੇਂਗੀ ਤਾਂ ਕੀ ਪਤਾ ਉਹ ਘਰੋਂ ਭੱਜ ਜਾਵੇ। ਥੋੜਾ ਠੰਡੇ ਦਿਮਾਗ ਤੋਂ ਕੰਮ ਲੈ। ਪ੍ਰੀਤ, ਸੋਚ, ਸਾਡੇ ਲਈ ਇਹ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਹੈ। ਥੋੜਾ ਸਮਾਂ ਆਪਣੇ ਤੇ ਕੰਟਰੋਲ ਰੱਖ। ਮਿਹਰ ਸਭ ਕੁਝ ਦੇਖ ਰਹੀ ਸੀ, ਸੁਣ ਰਹੀ ਸੀ ਤੇ ਸਮਝ ਰਹੀ ਸੀ, ਪਰੰਤੂ ਆਪਣੇ ਹਾਲਾਤਾਂ ਅੱਗੇ ਮਜਬੂਰ ਸੀ। ਅਗਲੇ ਦਿਨ ਜਦੋਂ ਕੋਚਿੰਗ ਕਲਾਸ ਗਈ ਤਾਂ ਉਸ ਦਾ ਮੁਰਝਾਇਆ ਚਿਹਰਾ ਦੇਖ ਕੇ ਨਿੱਕ ਨੇ ਉਸ ਨੂੰ ਪੁੱਛਿਆ ਕਿ ਕੀ ਗੱਲ ਹੈ, ਤੂੰ ਮੈਨੂੰ ਕੁਝ ਦੱਸਦੀ ਕਿਉਂ ਨਹੀਂ? ਸ਼ਾਇਦ ਮੈਂ ਤੇਰੀ ਕੁਝ ਮਦਦ ਕਰ ਸਕਾਂ। ਮਿਹਰ ਉਸ ਦਿਨ ਆਪਣੇ ਆਪ ਤੇ ਕਾਬੂ ਨਾ ਰੱਖ ਸਕੀ। ਉਸਨੇ ਸਭ ਕੁਝ ਦੱਸ ਦਿੱਤਾ। ਨਿੱਕ ਉਸ ਦੀਆਂ ਸਾਰੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਿਆ। ਕਹਿੰਦਾ, ਤੂੰ ਪੁਲਿਸ ਕੰਪਲੇਂਟ ਕਿਉਂ ਨਹੀਂ ਕਰਦੀ? ਮਿਹਰ ਨੇ ਜਵਾਬ ਦਿੱਤਾ ਕਿ ਅਜੇ ਮੈਂ ਕੁਝ ਨਹੀਂ ਕਰ ਸਕਦੀ, ਕਿਉਂਕਿ ਮੇਰਾ ਪਾਸਪੋਰਟ ਤੇ ਵੀਜ਼ਾ ਦੋਨੋਂ ਹੀ ਗੁਰਿੰਦਰ ਕੋਲ ਹਨ। ਉਸ ਤੋਂ ਬਾਅਦ ਜੇਕਰ ਤੂੰ ਮੇਰੀ ਮਦਦ ਕਰਨਾ ਚਾਹਵੇਂ ਤਾਂ ਮੈਨੂੰ ਇੱਥੋਂ ਵਰਕ ਪਰਮਿਟ ਦਿਵਾ ਦੇ ਤਾਂ ਕਿ ਘਰੋਂ ਨਿਕਲਣ ਤੋਂ ਬਾਅਦ ਮੈਂ ਕਿਤੇ ਕੰਮ ਲੱਗ ਜਾਵਾਂ। ਇਹ ਸੁਣ ਕੇ ਨਿੱਕ ਸੋਚਾਂ ਵਿੱਚ ਡੁੱਬ ਗਿਆ। ਫਿਰ ਉਸਨੇ ਮਿਹਰ ਨੂੰ ਤਸੱਲੀ ਦਿੰਦਿਆਂ ਕਿਹਾ ਕਿ ਠੀਕ ਹੈ, ਇੱਥੇ ਮੇਰੀ ਕਾਫੀ ਜਾਣ ਪਛਾਣ ਹੈ, ਮੈਂ ਤੇਰੇ ਲਈ ਕੋਸ਼ਿਸ਼ ਕਰੂੰਗਾ। ਉਦੋਂ ਤੱਕ ਤੂੰ ਉੱਥੇ ਰਹਿ। ਮਿਹਰ ਜਦੋਂ ਵਾਪਸ ਘਰੇ ਆਈ ਤਾਂ ਗੁਰਿੰਦਰ ਘਰੇ ਹੀ ਸੀ। ਉਸਨੇ ਮਿਹਰ ਕੋਲੋਂ ਸੁਖਪ੍ਰੀਤ ਵਾਲੇ ਵਤੀਰੇ ਲਈ ਮਾਫੀ ਮੰਗੀ ਤੇ ਮਿਹਰ ਲਈ ਇੱਕ ਕੌਫੀ ਬਣਾ ਕੇ ਲੈ ਆਇਆ। ਮਿਹਰ ਕੁਝ ਨਾ ਬੋਲੀ ਤੇ ਆਪਣੇ ਕਮਰੇ ਵਿੱਚ ਚਲੀ ਗਈ।
ਕੁਝ ਦਿਨਾਂ ਬਾਅਦ ਮਿਹਰ ਨੇ ਗੁਰਿੰਦਰ ਨੂੰ ਕਿਹਾ ਕਿ ਗੁਰਿੰਦਰ, ਮੈਨੂੰ ਇੱਥੇ ਆਏ 1.5 ਸਾਲ ਹੋਣ ਵਾਲਾ ਹੈ। ਮੇਰਾ ਵੀਜ਼ਾ ਸ਼ਾਇਦ 2 ਸਾਲ ਲਈ ਅਪਲਾਈ ਕੀਤਾ ਸੀ, ਇਸ ਲਈ ਵੀਜ਼ਾ ਖਤਮ ਹੋਣ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਕਿ ਉਸ ਨੂੰ ਵਧਾ ਲਿਆ ਜਾਵੇ, ਕਿਉਂਕਿ ਇੱਥੇ ਹੁਣ ਮੇਰਾ ਮਨ ਲੱਗ ਗਿਆ ਹੈ। ਮੈਂ ਵਾਪਸ ਇੰਡੀਆ ਨਹੀਂ ਜਾਣਾ ਚਾਹੁੰਦੀ। ਮੈਂ ਬੱਚਿਆਂ ਨਾਲ ਰਹਿਣਾ ਚਾਹੁੰਦੀ ਹਾਂ। ਬੱਚਿਆਂ ਤੋਂ ਬਿਨਾਂ ਇੰਡੀਆ ਵਿੱਚ ਮੈਂ ਕੀ ਕਰਾਂਗੀ? ਗੁਰਿੰਦਰ ਨੇ ਹੈਰਾਨ ਹੁੰਦੇ ਹੋਏ ਮਿਹਰ ਨੂੰ ਕਿਹਾ, ਹਾਂ ਮਿਹਰ, ਤੂੰ ਸਹੀ ਕਹਿ ਰਹੀ ਹੈ। ਗੁਰਿੰਦਰ ਅਜੇ ਵੀ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਗੁੰਮ ਸੀ, ਪਰ ਉਸਨੇ ਮਿਹਰ ਨੂੰ ਜਵਾਬ ਦਿੱਤਾ ਕਿ ਮੈਂ ਕੱਲ੍ਹ ਹੀ ਵੀਜ਼ੇ ਲਈ ਅਪਲਾਈ ਕਰ ਦੇਵਾਂਗਾ, ਪਰ ਤੈਨੂੰ ਮੇਰੇ ਨਾਲ ਚੱਲਣਾ ਪਵੇਗਾ। ਕੁਝ ਪੇਪਰਾਂ 'ਤੇ ਸਾਈਨ ਕਰਨੇ ਪੈਣਗੇ। ਗੁਰਿੰਦਰ ਸੋਚ ਰਹੀ ਸੀ ਕਿ ਮਿਹਰ ਵਾਪਸ ਇੰਡੀਆ ਜਾਣ ਲਈ ਉਸਨੂੰ ਪਰੇਸ਼ਾਨ ਕਰੂਗੀ, ਪਰ ਉਹ ਤਾਂ ਉਲਟਾ ਹੋ ਗਿਆ। ਉਹ ਤਾਂ ਜਾਣਾ ਹੀ ਨਹੀਂ ਚਾਹੁੰਦੀ। ਗੁਰਿੰਦਰ ਬਹੁਤ ਖੁਸ਼ ਸੀ ਕਿ ਚਲੋ ਚੰਗਾ ਹੈ। ਮਿਹਰ ਨੇ ਇਹ ਸਭ ਕੁਝ ਪਹਿਲਾਂ ਹੀ ਨਿੱਕ ਨੂੰ ਦੱਸ ਦਿੱਤਾ ਸੀ ਕਿ ਉਹ ਆਪਣਾ ਵੀਜ਼ਾ ਰੀਨਿਊ ਕਰਵਾਉਣ ਜਾ ਰਹੀ ਹੈ। ਇਸੇ ਦੌਰਾਨ ਹੀ ਨਿੱਕ ਨੇ ਉਸ ਦੇ ਲਈ ਵਰਕ ਪਰਮਿਟ ਤਿਆਰ ਕਰਵਾ ਦਿੱਤਾ। ਇੱਕ ਜਗ੍ਹਾ ਉਸ ਦੀ ਨੌਕਰੀ ਲਈ ਗੱਲ ਵੀ ਕਰ ਲਈ ਸੀ। ਥੋੜ੍ਹੀ ਭੱਜ ਦੌੜ ਤੋਂ ਬਾਅਦ 3 ਸਾਲਾਂ ਲਈ ਵੀਜ਼ੇ ਦੀ ਮਿਆਦ ਵਧਾ ਦਿੱਤੀ ਗਈ। ਜਦੋਂ ਪਾਸਪੋਰਟ 'ਤੇ ਵੀਜ਼ਾ ਆਇਆ ਤਾਂ ਗੁਰਿੰਦਰ ਉਸ ਨੂੰ ਆਪਣੇ ਕੋਲ ਰੱਖਣ ਲੱਗਾ, ਪਰ ਮਿਹਰ ਨੇ ਤੁਰੰਤ ਉਸ ਨੂੰ ਵਾਪਸ ਮੰਗ ਲਿਆ। ਉਹ ਵੀਜ਼ਾ ਦਫ਼ਤਰ ਵਿੱਚ ਹੀ ਖੜਾ ਸੀ, ਇਸ ਲਈ ਅਫਸਰਾਂ ਦੇ ਸਾਹਮਣੇ ਮਨਾ ਨਹੀਂ ਕਰ ਸਕਿਆ। ਇਸ ਤਰ੍ਹਾਂ ਮਿਹਰ ਦਾ ਪਾਸਪੋਰਟ ਤੇ ਵੀਜ਼ਾ ਉਸ ਕੋਲ ਵਾਪਸ ਆ ਗਏ। ਵੀਜ਼ਾ ਦਫ਼ਤਰ ਵਿੱਚ ਬਾਹਰ ਆਉਣ ਤੋਂ ਬਾਅਦ ਮਿਹਰ ਨੇ ਗੁਰਿੰਦਰ ਨੂੰ ਕਿਹਾ ਕਿ ਉਸ ਨੂੰ ਆਪਣੇ ਕੋਚਿੰਗ ਸੈਂਟਰ ਵਿੱਚ ਕੁਝ ਕੰਮ ਹੈ। ਉਹ ਆਪਣਾ ਕੰਮ ਨਿਪਟਾ ਕੇ ਘਰ ਵਾਪਸ ਆ ਜਾਵੇਗੀ। ਅੱਜ ਗੁਰਿੰਦਰ ਨੂੰ ਮਿਹਰ ਦਾ ਵਿਵਹਾਰ ਕੁਝ ਅਜੀਬ ਲੱਗਾ, ਪਰ ਉਸਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਤੇ ਮਿਹਰ ਜੋ ਨਿੱਕ ਦੇ ਨਾਲ ਉਸ ਦਫ਼ਤਰ ਵਿੱਚ ਗਈ ਜਿੱਥੇ ਉਸ ਨੂੰ ਕੰਮ ਲਈ ਬੁਲਾਇਆ ਗਿਆ ਸੀ, ਜਿਸ ਤੋਂ ਬਾਅਦ ਮਿਹਰ ਨੂੰ ਕੰਮ ਤੇ ਰੱਖ ਲਿਆ ਗਿਆ। ਉੱਥੇ ਹੀ ਨਿੱਕ ਨੇ ਉਸ ਨੂੰ ਉਸ ਦਾ ਵਰਕ ਪਰਮਿਟ ਵੀ ਸੌਂਪ ਦਿੱਤਾ। ਮਿਹਰ ਨੇ ਆਪਣੇ ਸਾਰੇ ਕਾਗਜ਼ਾਂ ਦੀ ਇੱਕ ਕਾਪੀ ਹੋਰ ਕਰਵਾਈ ਤਾਂ ਉਹ ਨਿੱਕ ਨੂੰ ਆਪਣੇ ਕੋਲ ਰੱਖਣ ਲਈ ਦੇ ਦਿੱਤੀ। ਅੱਜ ਉਸ ਨੂੰ ਘਰ ਵਾਪਸ ਆਉਂਦੇ ਹੋਏ ਬਹੁਤ ਦੇਰ ਹੋ ਚੁੱਕੀ ਸੀ। ਜਿਵੇਂ ਹੀ ਉਹ ਘਰ ਦੇ ਅੰਦਰ ਆਈ ਤਾਂ ਦੇਖਿਆ ਸੁਖਪ੍ਰੀਤ ਅਤੇ ਗੁਰਵਿੰਦਰ ਦੋਨੋਂ ਹੀ ਬਹੁਤ ਬੇਚੈਨੀ ਨਾਲ ਉਸ ਦਾ ਇੰਤਜ਼ਾਰ ਕਰ ਰਹੇ ਸੀ। ਸੁਖਪ੍ਰੀਤ ਨੇ ਤਾਂ ਉਸ ਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਦੇਖਿਆ ਤੇ ਘੂਰਦੇ ਹੋਏ ਕਿਹਾ, ਅੱਜ ਸਾਰਾ ਦਿਨ ਕਿੱਥੇ ਸੀ? ਮੈਂ ਇੱਕ ਇੰਟਰਵਿਊ ਲਈ ਗਈ ਸੀ। ਗੁਰਿੰਦਰ, ਤੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਮੈਨੂੰ ਇੱਕ ਨੌਕਰੀ ਮਿਲ ਗਈ ਹੈ। ਬਿਲਕੁਲ ਸ਼ਾਂਤ ਲਹਿਜੇ ਵਿੱਚ ਮਿਹਰ ਨੇ ਉੱਤਰ ਦਿੱਤਾ। ਪਰ ਮਿਹਰ, ਤੈਨੂੰ ਨੌਕਰੀ ਕਰਨ ਦੀ ਜ਼ਰੂਰਤ ਕੀ ਹੈ? ਆਖਰ ਕੀ ਕਮੀ ਹੈ? ਗੁਰਿੰਦਰ ਨੇ ਪਰੇਸ਼ਾਨ ਹੁੰਦਿਆਂ ਪੁੱਛਿਆ। ਗੱਲ ਕਮੀ ਦੀ ਨਹੀਂ ਹੈ ਗੁਰਿੰਦਰ, ਤੂੰ ਮੇਰੇ ਲਈ ਜੋ ਕੁਝ ਵੀ ਕੀਤਾ ਉਸ ਦੇ ਲਈ ਮੈਂ ਹਮੇਸ਼ਾ ਤੇਰੀ ਧੰਨਵਾਦੀ ਰਵਾਂਗੀ। ਗੱਲ ਬਸ ਆਤਮ ਸਨਮਾਨ ਦੀ ਹੈ। ਸੁਖਪ੍ਰੀਤ ਨੇ ਵਿੱਚੋਂ ਗੱਲ ਕੱਢਦਿਆਂ ਕਿਹਾ, ਮਿਹਰ, ਤੂੰ ਬਾਹਰ ਦਾ ਕੰਮ, ਘਰ ਦਾ ਕੰਮ ਦੇ ਨਾਲ ਨਾਲ ਬੱਚੇ ਕਿਵੇਂ ਸੰਭਾਲੇਂਗੀ? ਤਾਂ ਮਿਹਰ ਨੇ ਕਿਹਾ ਕਿ ਨਹੀਂ, ਹੁਣ ਮੈਂ ਪਹਿਲਾਂ ਦੀ ਤਰ੍ਹਾਂ ਕੁਝ ਨਹੀਂ ਕਰ ਸਕਦੀ। ਹਾਂ, ਕੰਮ ਤੇ ਜਾਣ ਤੋਂ ਪਹਿਲਾਂ ਅਤੇ ਆਉਣ ਤੋਂ ਬਾਅਦ ਜਿੰਨਾ ਹੋ ਸਕਿਆ ਮੈਂ ਜ਼ਰੂਰ ਕਰਾਂਗੀ। ਇੰਨਾ ਸੁਣਦੇ ਹੀ ਸੁਖਪ੍ਰੀਤ ਭਾਂਬੜ ਵਾਂਗੂ ਬਲ ਉੱਠੀ। ਉਸਨੇ ਕਿਹਾ, ਤੂੰ ਸਾਡੇ ਘਰ ਨੂੰ ਧਰਮਸ਼ਾਲਾ ਸਮਝ ਰੱਖਿਆ ਏ? ਇੰਨੇ ਦਿਨ ਤੱਕ ਅਸੀਂ ਤੈਨੂੰ ਆਪਣੇ ਘਰ ਵਿੱਚ ਰੱਖਿਆ, ਮਾਣ ਸਨਮਾਨ ਦਿੱਤਾ, ਉਸ ਦੇ ਅਹਿਸਾਨ ਦਾ ਬਦਲਾ ਤੂੰ ਇਸ ਤਰ੍ਹਾਂ ਦੇਵੇਂਗੀ? ਉਹ ਵੀ ਅਜਿਹੇ ਸਮੇਂ ਜਦੋਂ ਨਾ ਤਾਂ ਕੋਈ ਬੱਚੇ ਸੰਭਾਲਣ ਵਾਲੀ ਨੈਣੀ ਹੈ ਤੇ ਨਾ ਹੀ ਖਾਣਾ ਬਣਾਉਣ ਵਾਲੀ। ਭਾਬੀ, ਇਸ ਵਿੱਚ ਮੇਰੀ ਕੋਈ ਗਲਤੀ ਨਹੀਂ। ਤੁਸੀਂ ਆਪਣੇ ਮਨ ਅੰਦਰ ਝਾਕ ਕੇ ਦੇਖੋ। ਤੁਸੀਂ ਦੋਨਾਂ ਨੇ ਮੈਨੂੰ ਇੰਡੀਆ ਤੋਂ ਇੱਥੇ ਬੁਲਾਇਆ ਸਿਰਫ ਆਪਣੇ ਮਤਲਬ ਖਾਤਰ। ਆਪਣੇ ਘਰ ਵਿੱਚੋਂ ਨੌਕਰਾਂ ਨੂੰ ਹਟਾ ਕੇ ਸਭ ਦਾ ਕੰਮ ਮੇਰੇ ਤੇ ਸੁੱਟ ਦਿੱਤਾ, ਪਰ ਐਨੇ ਵਿੱਚ ਵੀ ਤੁਹਾਡਾ ਢਿੱਡ ਨਾ ਭਰਿਆ। ਮੇਰੀ ਸਾਰੀ ਪ੍ਰਾਪਰਟੀ ਤੇ ਤੁਹਾਡੀ ਨਜ਼ਰ ਹੈ। ਤੁਸੀਂ ਕਦੇ ਸੋਚਿਆ ਕਿ ਮੇਰਾ ਕੀ ਹੋਵੇਗਾ? ਪਰ ਤੁਸੀਂ ਸਿਰਫ ਆਪਣਾ ਮਤਲਬ ਦੇਖਿਆ। ਜੇਕਰ ਰਿਸ਼ਤੇ ਅਤੇ ਰਿਸ਼ਤੇਦਾਰ ਅਜਿਹੇ ਹੋਣਗੇ ਤਾਂ ਮੈਂ ਅਨਾਥ ਹੀ ਚੰਗੀ ਹਾਂ। ਜੇਕਰ ਦੁਨੀਆ ਨੂੰ ਪਤਾ ਲੱਗੇ ਤਾਂ ਲੋਕਾਂ ਨੂੰ ਹਰੇਕ ਰਿਸ਼ਤੇ ਤੋਂ ਭਰੋਸਾ ਨਹੀਂ ਰਹਿਣਾ। ਹਰ ਭੈਣ ਦਾ ਆਪਣੇ ਭਰਾ 'ਤੇ ਵਿਸ਼ਵਾਸ ਨਹੀਂ ਰਹਿਣਾ। ਗੁਰਿੰਦਰ, ਤੁਸੀਂ ਇਸ ਦਾ ਪਾਸਪੋਰਟ ਤੇ ਵੀਜ਼ਾ ਲੈ ਲਓ। ਮੈਂ ਦੇਖਦੀ ਹਾਂ ਇੱਥੋਂ ਕਿਵੇਂ ਜਾਂਦੀ ਹੈ। ਕੋਈ ਫਾਇਦਾ ਨਹੀਂ ਭਾਬੀ ਜੀ। ਮੈਂ ਆਪਣੇ ਸਾਰੇ ਕਾਗਜ਼ ਇੱਕ ਸੁਰੱਖਿਅਤ ਜਗ੍ਹਾ 'ਤੇ ਰੱਖ ਦਿੱਤੇ ਹਨ। ਉਹਨਾਂ ਦੀ ਇੱਕ ਕਾਪੀ ਆਪਣੇ ਦੋਸਤਾਂ ਨੂੰ ਵੀ ਦੇ ਦਿੱਤੀ ਹੈ। ਮਿਹਰ ਨੇ ਬੜੇ ਸਹਿਜ ਨਾਲ ਉੱਤਰ ਦਿੱਤਾ। ਚੱਲ ਨਿਕਲ, ਇਸੇ ਟਾਈਮ ਮੇਰੇ ਘਰ ਤੋਂ ਬਾਹਰ ਹੋ ਜਾ। ਇੰਨਾ ਕਹਿੰਦੇ ਹੋਏ ਸੁਖਪ੍ਰੀਤ ਨੇ ਮਿਹਰ ਦਾ ਬੈਗ ਲਿਆ ਕੇ ਬਾਹਰ ਸੁੱਟ ਦਿੱਤਾ। ਮਿਹਰ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕਰਕੇ ਦਰਵਾਜ਼ਾ ਬੰਦ ਕਰ ਲਿਆ। ਰਿਸ਼ਤਿਆਂ ਦੇ ਅਜਿਹੇ ਮਤਲਬੀ ਚਿਹਰੇ ਦੇਖ ਕੇ ਉਸ ਦਾ ਮਨ ਗੁੱਸੇ ਨਾਲ ਭਰ ਗਿਆ ਤੇ ਉਹ ਘਰ ਤੋਂ ਬਾਹਰ ਬੈਠ ਕੇ ਹੀ ਰੋਣ ਲੱਗੀ। ਉਹ ਕਾਫੀ ਦੇਰ ਤੱਕ ਰੋਂਦੀ ਰਹੀ। ਗੁਰਿੰਦਰ ਇਹ ਸਾਰਾ ਤਮਾਸ਼ਾ ਦੇਖਦਾ ਰਿਹਾ। ਥੋੜ੍ਹੀ ਦੇਰ ਤੱਕ ਮਿਹਰ ਦਾ ਮਨ ਜਦੋਂ ਕੁਝ ਹਲਕਾ ਹੋਇਆ ਤਾਂ ਉਸਨੇ ਨਿੱਕ ਨੂੰ ਫੋਨ ਕੀਤਾ। ਉਸ ਨੂੰ ਆਪਣੇ ਰਹਿਣ ਦਾ ਬੰਦੋਬਸਤ ਕਰਨ ਲਈ ਕਿਹਾ।
ਕੁਝ ਦਿਨ ਤੱਕ ਤਾਂ ਉਹ ਇੱਕ ਗੈਸਟ ਹਾਊਸ ਵਿੱਚ ਰੁਕੀ। ਫਿਰ ਨਿੱਕ ਨੇ ਉਸ ਨੂੰ ਇੱਕ ਕਮਰਾ ਦਿਵਾ ਦਿੱਤਾ। ਨਿੱਕ ਨੇ ਮਿਹਰ ਦੀ ਬਹੁਤ ਮਦਦ ਕੀਤੀ। ਕੁਝ ਮਹੀਨੇ ਵਿੱਚ ਹੀ ਉਹ ਪੂਰੀ ਤਰ੍ਹਾਂ ਸੈਟਲ ਹੋ ਚੁੱਕੀ ਸੀ। ਉਸ ਨੇ ਆਪਣੀ ਨੌਕਰੀ ਤੋਂ ਬਾਅਦ ਇੱਕ ਪਾਰਟ ਟਾਈਮ ਜੌਬ ਵੀ ਕੀਤੀ ਤਾਂ ਕਿ ਕਾਫੀ ਪੈਸਾ ਇਕੱਠਾ ਕਰ ਸਕੇ, ਤਾਂ ਕਿ ਜਦੋਂ ਵੀ ਉਹ ਇੰਡੀਆ ਜਾਵੇ ਤਾਂ ਉੱਥੇ ਵੀ ਕੁਝ ਕੰਮ ਕਰ ਲਵੇ। ਇਸੇ ਦੌਰਾਨ 3 ਸਾਲ ਕਿਵੇਂ ਲੰਘ ਗਏ ਉਸ ਨੂੰ ਪਤਾ ਹੀ ਨਾ ਲੱਗਾ। ਮਿਹਰ ਹੁਣ ਆਪਣੇ ਦੇਸ਼ ਵਾਪਸ ਆਉਣ ਦੀ ਤਿਆਰੀ ਕਰ ਰਹੀ ਸੀ। ਨਿੱਕ ਨੇ ਬੜੇ ਦੁਖੀ ਮਨ ਨਾਲ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਨੇ ਮਿਹਰ ਨੂੰ ਕਿਹਾ ਕਿ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਜੋ ਮੈਨੂੰ ਬਹੁਤ ਪਹਿਲਾਂ ਕਹਿ ਦੇਣੀ ਚਾਹੀਦੀ ਸੀ। ਮੈਂ ਤੁਹਾਨੂੰ ਪਿਆਰ ਕਰਨ ਲੱਗਾ ਹਾਂ ਮਿਹਰ। ਮੇਰੇ ਮਨ ਵਿੱਚ ਆਪਣੇ ਜੀਵਨ ਸਾਥੀ ਨੂੰ ਲੈ ਕੇ ਜੋ ਕਲਪਨਾ ਸੀ ਤੂੰ ਬਿਲਕੁਲ ਉਹ ਜਿਹੀ ਹੈ। ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਇੰਨਾ ਕਹਿੰਦੇ ਹੋਏ ਉਸ ਦੀਆਂ ਅੱਖਾਂ ਵਿੱਚ ਪਾਣੀ ਬਾਹਰ ਆ ਗਿਆ। ਮਿਹਰ ਨੇ ਕਿਹਾ ਕਿ ਤੂੰ ਮੇਰਾ ਅਤੀਤ ਨਹੀਂ ਜਾਣਦਾ। ਮੇਰਾ ਪਹਿਲਾਂ ਹੀ ਇੱਕ ਵਿਆਹ ਹੋ ਚੁੱਕਿਆ ਹੈ ਤੇ ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ। ਐਨੇ ਧੋਖਿਆਂ ਤੋਂ ਬਾਅਦ ਤੇ ਰਿਸ਼ਤਿਆਂ ਦੀ ਅਸਲੀਅਤ ਝੱਲਣ ਤੋਂ ਬਾਅਦ ਮੈਨੂੰ ਕਿਸੇ ਨਾਲ ਰਹਿਣ ਦੀ ਇੱਛਾ ਨਹੀਂ ਰਹੀ। ਮਿਹਰ ਨੇ ਬਸ ਇੰਨਾ ਹੀ ਜਵਾਬ ਦਿੱਤਾ। ਨਿੱਕ ਨੇ ਮਿਹਰ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਕਿਹਾ ਕਿ ਸੱਚਮੁੱਚ ਮੈਂ ਤੈਨੂੰ ਬਹੁਤ ਚਾਹੁੰਦਾ ਹਾਂ। ਆਖਰਕਾਰ ਮਿਹਰ ਆਪਣੇ ਦੇਸ਼ ਵਾਪਸ ਆ ਗਈ। ਆਉਂਦੇ ਹੀ ਉਸਨੇ ਆਪਣੇ ਕੰਮ ਵਾਲੇ ਨਾਲ ਮਿਲ ਕੇ ਪੂਰੇ ਘਰ ਦੀ ਸਫਾਈ ਕਰਵਾ ਦਿੱਤੀ ਤੇ ਆਪਣੇ ਦਫ਼ਤਰ ਦੇ ਬਾਹਰ ਸਵਰਗਵਾਸੀ ਰਵਿੰਦਰ ਸਿੰਘ ਅਨਾਥ ਆਸ਼ਰਮ ਦਾ ਬੋਰਡ ਲਗਾ ਦਿੱਤਾ। ਆਪਣੇ ਘਰ ਦੇ ਇੱਕ ਹਿੱਸੇ ਨੂੰ ਬਿਰਧ ਆਸ਼ਰਮ ਤੇ ਦੂਜੇ ਪਾਸੇ ਨੂੰ ਬੱਚਿਆਂ ਲਈ ਤਿਆਰ ਕਰਵਾ ਦਿੱਤਾ। ਹੌਲੀ-ਹੌਲੀ ਬਹੁਤ ਸਾਰੇ ਬਜ਼ੁਰਗ ਅਤੇ ਅਨਾਥ ਬੱਚੇ ਆਉਣ ਲੱਗੇ। ਉਹਨਾਂ ਵਿੱਚੋਂ ਬਹੁਤ ਸਾਰੇ ਬਜ਼ੁਰਗ ਅਜਿਹੇ ਸਨ ਜੋ ਆਪਣਾ ਖਰਚਾ ਚੱਕ ਸਕਦੇ ਸੀ। ਬਸ ਸਿਰਫ ਉਹਨਾਂ ਨੂੰ ਦੇਖਭਾਲ ਦੀ ਹੀ ਜ਼ਰੂਰਤ ਸੀ। ਜੋ ਕੰਮ ਕਰ ਸਕਦੇ ਸਨ ਉਹਨਾਂ ਨੂੰ ਕੰਮ ਤੇ ਲਗਵਾ ਦਿੱਤਾ। ਕੰਮ ਕਰਨ ਦੇ ਲਾਇਕ ਲੋਕਾਂ ਲਈ ਉਸ ਨੇ ਅਚਾਰ, ਪਾਪੜ ਤੇ ਹੋਰ ਕਈ ਤਰ੍ਹਾਂ ਦੇ ਛੋਟੇ-ਮੋਟੇ ਕੰਮ ਸ਼ੁਰੂ ਕਰ ਦਿੱਤੇ। ਬਾਜ਼ਾਰ ਨਾਲ ਵੀ ਸੰਪਰਕ ਬਣਾ ਲਿਆ। ਹੌਲੀ-ਹੌਲੀ ਉਹਨਾਂ ਦਾ ਕੰਮ ਬਹੁਤ ਹੀ ਚੰਗਾ ਚੱਲ ਪਿਆ। ਮਿਹਰ ਨੇ ਬੱਚਿਆਂ ਦਾ ਸਰਕਾਰੀ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ ਤੇ ਆਸ਼ਰਮ ਵਿੱਚ ਬੱਚਿਆਂ ਨੂੰ ਬਜ਼ੁਰਗ ਵੀ ਪੜ੍ਹਾ ਦਿੰਦੇ ਸਨ। ਬਾਲ ਆਸ਼ਰਮ ਤੇ ਬਿਰਧ ਆਸ਼ਰਮ ਇਕੱਠੇ ਹੋਣ ਕਰਕੇ ਉਸ ਨੂੰ ਕਾਫੀ ਫਾਇਦਾ ਹੋਇਆ ਕਿ ਬਜ਼ੁਰਗਾਂ ਨੂੰ ਬੱਚਿਆਂ ਦਾ ਸਾਥ ਮਿਲ ਜਾਂਦਾ ਸੀ ਤੇ ਬੱਚਿਆਂ ਨੂੰ ਬਜ਼ੁਰਗਾਂ ਦਾ ਪਿਆਰ ਤੇ ਦੇਖਭਾਲ। ਬਿਲਕੁਲ ਘਰ ਵਰਗਾ ਹੀ ਮਾਹੌਲ ਬਣ ਗਿਆ ਸੀ। ਇਸੇ ਤਰ੍ਹਾਂ ਮਿਹਰ ਦਾ ਨਾਮ ਚਮਕਿਆ ਤੇ ਸਾਰੇ ਉਸ ਨੂੰ ਇੱਜ਼ਤ ਦੀ ਨਿਗਾਹ ਨਾਲ ਦੇਖਣ ਲੱਗੇ। ਲੋਕ ਇੱਕ ਵਾਰ ਫਿਰ ਰਵਿੰਦਰ ਸਿੰਘ ਦਾ ਨਾਮ ਬੜੀ ਇੱਜ਼ਤ ਨਾਲ ਲੈਣ ਲੱਗ ਪਏ ਸੀ। ਇਸੇ ਤਰ੍ਹਾਂ 5 ਸਾਲ ਬੀਤ ਗਏ। ਮਿਹਰ ਆਪਣੇ ਕੰਮ ਵਿੱਚ ਇੰਨੀ ਬਿਜ਼ੀ ਹੋ ਗਈ ਸੀ ਕਿ ਉਸ ਨੂੰ ਹੋਰ ਕਿਸੇ ਚੀਜ਼ ਦਾ ਹੋਸ਼ ਹੀ ਨਾ ਰਿਹਾ। ਇੱਕ ਦਿਨ ਅਚਾਨਕ ਦਫ਼ਤਰ ਵਿੱਚ ਚਪੜਾਸੀ ਨੇ ਆ ਕੇ ਕਿਹਾ, ਤੁਹਾਨੂੰ ਕੋਈ ਮਿਲਣ ਆਇਆ ਹੈ। ਜੋ ਮਿਲਣ ਆਇਆ ਹੈ ਉਸ ਨੂੰ ਦੇਖ ਕੇ ਮਿਹਰ ਹੈਰਾਨ ਰਹਿ ਗਈ। ਉਸਨੇ ਕਿਹਾ, ਮੈਂ ਯਾਦ ਹਾਂ ਜਾਂ ਭੁੱਲ ਗਿਆ। ਮਿਹਰ ਨੂੰ ਉਹ ਆਵਾਜ਼ ਜਾਣੀ ਪਹਿਚਾਣੀ ਲੱਗੀ ਸੀ। ਉਹ ਕੋਈ ਹੋਰ ਨਹੀਂ ਸੀ ਬਲਕਿ ਨਿੱਕ ਸੀ। ਮੈਂ ਤੁਹਾਨੂੰ ਕਿਵੇਂ ਭੁੱਲ ਸਕਦੀ ਹਾਂ। ਇੱਕ ਤੇਰੀ ਵਜ੍ਹਾ ਨਾਲ ਹੀ ਤਾਂ ਮੈਂ ਉਸ ਪਿੰਜਰੇ ਵਿੱਚੋਂ ਆਜ਼ਾਦ ਹੋਈ। ਤੂੰ ਹੀ ਤਾਂ ਮੈਨੂੰ ਜਿਉਣ ਦਾ ਇੱਕ ਰਾਹ ਦਿਖਾਇਆ ਸੀ। ਤਾਂ ਨਿੱਕ ਨੇ ਕਿਹਾ, ਦੇਖ ਮਿਹਰ, ਮੈਂ ਤੇਰੇ ਲਈ ਕੀ ਲੈ ਕੇ ਆਇਆ ਹਾਂ। ਉਮੀਦ ਕਰਦਾ ਹਾਂ ਜੇਕਰ ਮੇਰੀ ਅਗਨੀ ਪ੍ਰੀਖਿਆ ਖਤਮ ਹੋ ਗਈ ਹੋਵੇ ਤਾਂ ਤੂੰ ਇਸ ਨੂੰ ਸਵੀਕਾਰ ਕਰ ਲਵੇਂਗੀ। ਨਿੱਕ ਨੇ ਜਦੋਂ ਆਪਣੀ ਮੁੱਠੀ ਖੋਲ੍ਹੀ ਤਾਂ ਉਸ ਵਿੱਚ ਇੱਕ ਮੁੰਦਰੀ ਸੀ। ਮਿਹਰ ਇਹ ਸਭ ਦੇਖ ਕੇ ਹੈਰਾਨ ਰਹਿ ਗਈ ਕਿ ਇੰਨੇ ਸਾਲਾਂ ਤੱਕ ਤੂੰ ਮੇਰਾ ਇੰਤਜ਼ਾਰ ਕਰਦਾ ਰਿਹਾ ਹੈ। ਹੁਣ ਤਾਂ ਮੇਰਾ ਯਕੀਨ ਪੱਕਾ ਹੋ ਗਿਆ ਕਿ ਤੂੰ ਮੈਨੂੰ ਸੱਚਮੁੱਚ ਹੀ ਪਿਆਰ ਕਰਦਾ ਹੈ। ਪਰ ਮੈਂ ਵਿਆਹ ਕਿਵੇਂ ਕਰ ਸਕਦੀ ਹਾਂ? ਲੋਕ ਕੀ ਕਹਿਣਗੇ? ਮਿਹਰ ਨੇ ਪੁੱਛਿਆ ਕਿ ਦੁਨੀਆ ਵਿੱਚ ਮਰਦ ਜਦੋਂ ਚਾਹੇ ਨਵਾਂ ਜੀਵਨ ਸ਼ੁਰੂ ਕਰ ਸਕਦਾ ਹੈ, ਪਰ ਔਰਤ ਦੀ ਜ਼ਿੰਦਗੀ ਵਿੱਚ ਇੱਕ ਵਾਰੀ ਵੀ ਬਸੰਤ ਕਿਉਂ ਨਹੀਂ ਆਉਂਦੀ ਤੇ ਪਤਝੜ ਦਾ ਮੌਸਮ ਹਮੇਸ਼ਾ ਲਈ ਰੁਕ ਜਾਂਦਾ ਹੈ? ਨਿੱਕ ਨੇ ਜਵਾਬ ਦਿੱਤਾ ਕਿ ਮੈਂ ਤੇਰੀ ਜ਼ਿੰਦਗੀ ਵਿੱਚ ਦੁਬਾਰਾ ਬਸੰਤ ਲਿਆਵਾਂਗਾ। ਉਸ ਨੇ ਉਸ ਮੁੰਦਰੀ ਨੂੰ ਉਸ ਦੇ ਉਂਗਲ ਵਿੱਚ ਪਾ ਦਿੱਤਾ। ਖੁਸ਼ੀ ਨਾਲ ਮਿਹਰ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਨਿੱਕ ਨੇ ਉਸ ਨੂੰ ਆਪਣੇ ਸੀਨੇ ਨਾਲ ਲਾ ਲਿਆ। ਉੱਧਰ ਗੁਰਿੰਦਰ ਨੂੰ ਵਕੀਲ ਦਾ ਫੋਨ ਆਇਆ ਕਿ ਮਿਹਰ ਨੇ ਸਾਰੀ ਪ੍ਰਾਪਰਟੀ ਆਪਣੇ ਨਾਮ ਕਰਕੇ ਨੋਮਿਨੀ ਵਿੱਚੋਂ ਉਸ ਦਾ ਨਾਮ ਕਢਵਾ ਦਿੱਤਾ, ਕਿਉਂਕਿ ਤੂੰ ਉਸ ਦੀ ਪ੍ਰਾਪਰਟੀ ਨੂੰ ਧੋਖੇ ਨਾਲ ਹੜੱਪਣ ਦੀ ਕੋਸ਼ਿਸ਼ ਕੀਤੀ। ਜੇਕਰ ਤੂੰ ਇੰਡੀਆ ਆਵੇਂਗਾ ਤਾਂ ਤੇਰੀ ਗ੍ਰਿਫਤਾਰੀ ਹੋ ਸਕਦੀ ਹੈ। ਗੁਰਿੰਦਰ ਤੇ ਉਸ ਦੀ ਪਤਨੀ ਵਕੀਲ ਦਾ ਫੋਨ ਸੁਣ ਕੇ ਸੁੰਨ ਹੋ ਗਏ। ਇੱਧਰ ਮਿਹਰ ਦੇ ਜੀਵਨ ਵਿੱਚ ਹੁਣ ਬਹੁਤ ਤਕਲੀਫਾਂ ਤੋਂ ਬਾਅਦ ਨਵੀਆਂ ਖੁਸ਼ੀਆਂ ਨੇ ਦਸਤਕ ਦੇ ਦਿੱਤੇ ਸੀ। ਉਸ ਦੇ ਜੀਵਨ ਵਿੱਚ ਬਹਾਰ ਵਾਪਸ ਆ ਗਈ ਸੀ, ਨਿੱਕ ਦੇ ਰੂਪ ਵਿੱਚ। ਸੋ ਦੋਸਤੋ, ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ। ਅਗਰ ਕਹਾਣੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ। ਧੰਨਵਾਦ।